ਤਾਂ ਹਰ ਰੋਜ਼ ਦਾ ਰਾਤ ਦਾ ਦਿਨ ਦਾ ਇੱਕੋ ਹੀ ਬਿਆਨ क्योंकि अन्य तड़पे हुए हैं अन्य सताए हुए हैं लेकिन जी सरकार बस ਸਾਨੂੰ ਕੁਛ ਨਹੀਂ ਦਿੱਤਾ ਬਸ ਕੰਮ ਦਾ ਡਾਕਟਰ ਲੈ ਰਹੇ ਨੇ ਇਹ ਕਰਾਣਾ ਤਾਂ ਜਦੋਂ ਵੱਧ ਕੰਮ ਕਰਦੇ ਆ ਕੰਮ ਅਸੀਂ ਖੁਦ ਰੈਗੂਲਰ ਟੀਚਰਾਂ ਨੇ ਬਿਆਨ ਦਿੱਤੇ ਨੇ ਉਹਨਾਂ ਦੀਆਂ ਕਲਾਸਾਂ ਨੂੰ ਕਿੱਥੋਂ ਜ਼ਿਆਦਾ ਰਹੇ ਆ ਤਿੰਨ ਕਲਾਸਾਂ ਵੀ ਅਸੀਂ ਲੈ ਰਹੇ ਜੀ ਕਈ ਸਾਰੇ ਇੱਕ ਟੀਚਰ ਹੈ ਪੰਜਵੀਂ ਤੋਂ 1 ਬਾਈ 1 ਤਿੰਨ ਕਲਾਸਾਂ ਲਈਆਂ ਨੇ ਜੀ ਮੈਂ ਖੁਦ ਫਸਟ ਨਰਸਰੀ ਐਲਕੇਜੀ ਯੂਕੇਜੀ 2 ਕਲਾਸਾਂ ਮੈਂ 3 ਕਲਾਸਾਂ ਲਈਆਂ ਜੀ 70 ਬੱਚੇ ਸੀ ਲੌਕਡਾਊਨ ਤੋਂ ਬਾਅਦ ਸਕੂਲ ਖੁੱਲੇ ਤਾਂ ਉੱਥੇ ਕਦੋਂ ਕਰਾਉਣਾ ਸੀ ਜਦ ਕਿ ਪੁਰਾਣੇ ਦੇ ਵਿੱਚ ਸਕੂਲ ਖੋਲ੍ਹੇ ਗਏ ਸੀ ਉਸ ਟਾਈਮ ਇੰਨਾ ਡਰ ਸੀ ਸਾਡਾ ਕਰੋਨਾ ਵਿੱਚ 70 ਬੱਚੇ ਦੇ ਬੈਠੇ ਸੀ ਉਸ ਟਾਈਮ ਆ ਲਾ ਲਓ ਵੀ 70 ਬੱਚਿਆਂ ਦੇ ਵਿੱਚ 2.5 ਸਾਲ ਦਾ ਬੱਚਾ ਆ ਰਿਹਾ ਦੇਖੋ ਜਿਹਨੂੰ ਗੋਦੀ ਚੱਕਣਾ ਸਾਡੇ ਕੋਲੋਂ ਬੱਚਾ ਆ ਰਿਹਾ ਜਿਹਨੂੰ ਗੋਦੀ ਚੱਕਣਾ 2.5 ਸਾਲ ਦਾ ਬੱਚਾ ਸਾਡੇ ਕੋਲ ਬੱਚਾ ਸੀ ਜਿਹੜਾ ਫਸਟ ਜਿਹਨੂੰ ਅਸੀਂ ਅੱਗੇ ਬੇਸ ਬਣਾਉਣਾ ਉਹ ਬੱਚਾ ਸੀ ਮੰਨ ਲਓ ਮੈਡਮ ਆਪਾਂ ਫਿਰ ਵੀ ਅਸੀਂ ਪਿੱਛੇ ਨਹੀਂ ਸਦਾਨ ਲੱਗਦੀ ਹੈ ਨਾ ਪੂਰਾ ਅੱਲਾ ਸਾਡੇ में और एज भी तो ਸਾਡੇ ਤਾਂ ਪਹਿਲਾਂ ਹੀ ਸਕੂਲ ਚਲੋ ਵੀ ਸਾਡਾ ਜਿਹੜਾ ਮਾਲ ਦੇ ਵਿੱਚ ਐਜ ਨਹੀਂ ਸਾਡਾ ਰਹਿਣ ਸਹਿਣ ਤੁਹਾਡੇ ਆਉਣ ਜਾਣ ਦਾ ਖਰਚਾ ਹੈਗਾ ਤੁਸੀਂ 20 ਕਿਲੋਮੀਟਰ ਚਾਹੀਦਾ ਹੈ ਪੈਟਰੋਲ ਦਾ ਦੇਖੋ ਕੀ ਭਾਅ 6,000 ਜਾਂ 10,000 ਪੈਟਰੋਲ ਦੇ ਆਪੇ ਬੱਚੇ ਸਾਰੇ ਸਾਡੇ ਆਪਦੇ ਜਿਹੜੇ ਕਰਨ ਕਾਰਨ ਤਾਂ ਇਹ ਹੈ ਵੀ ਦੂਸਰੋਂ ਸਾਰੇ ਆਲਰੇਡੀ ਐਮਏਬੀ ਹੈ ਜਾਂ ਈਟੀਟੀ ਹੈਗੇ ਆ ਅਤੇ ਹੁਣ ਜਿਹੜਾ ਨਵਾਂ ਹਰ ਵਾਰ ਨਵਾਂ ਲਾਰਾ ਅਤੇ ਨਵਾਂ ਇਹਨਾਂ ਨੇ ਮਤਲਬ ਕੋਈ ਪੁਆਇੰਟ ਹੁਣ ਅੱਜ ਪ੍ਰੀ ਪ੍ਰਾਇਮਰੀ ਦਾ ਲਾਰਾ ਪ੍ਰੀ ਪ੍ਰਾਇਮਰੀ ਦੇ ਤੁਸੀਂ ਡਿਪਲੋਮਾ ਦਾ ਜਿਹਦੀ ਉਹ ਤੁਹਾਨੂੰ ਅਸੀਂ ਤੁਸੀਂ ਇਹ ਦੇਖੋ ਵੀ ਪ੍ਰਮੋਸ਼ਨ ਦਾ ਦੇਖਿਆ ਜੀ ਐਮਏਬੀ ਨੂੰ ਤੁਸੀਂ ਪ੍ਰੀ ਪ੍ਰਾਇਮਰੀ ਹਾਂਜੀ 15 ਨਾਲ ਦਾ ਬੰਦਾ ਸੋਚਦਾ ਕਿ ਚਲੋ ਜੇ ਫਸੇ ਹੋਏ ਆ ਤੇ ਕਿਸੇ ਪਾਸੇ ਸਾਡੀ ਗੱਲ ਪਾਣੀ ਜਾਏਗੀ ਉਹਦੇ ਵੱਲ ਪਾਸ ਉਹਦੇ ਪੇਪਰਾਂ ਜੋ ਅਸੀਂ ਪਾਸ ਹੋਣ ਲੱਗ ਰਹੇ ਬਹੁਤ ਵੱਡਾ ਕੋਸਾ ਛੱਡਤਾ ਜੀ ਦੱਸਦਾ ਸਾਡਾ ਜਿਹੜਾ ਇਹ ਪੰਜਾਬ ਹੈ ਉਹ 1 ਨੰਬਰ ਦਾ ਸੂਬਾ ਬਣ ਗਿਆ ਤਾਂ ਉਹ ਬਣਾਉਣ ਵਾਲਿਆਂ ਨੂੰ ਤੁਸੀਂ ਕੀ ਦੇ ਰਹੇ ਹੋ ਉਹੀ ਤਾਂ ਗੱਲ ਹੈ ਨਾ ਉਹਨਾਂ ਨੂੰ ਤੁਸੀਂ ਜਨਤਕ ਲੜਾਈ ਪਾ ਕੇ ਉਹ ਕਰਦਾ ਟੈਸਟ ਦਿਓ ਕਿਉਂਕਿ ਮੈਨੂੰ ਟੈਸਟ ਤੋਂ ਨਹੀਂ ਭਾਈ ਜਿਹੜੀ ਇਹ ਸਮਾਜ ਵਿੱਚ ਇਹ ਹੁੰਦਾ ਨਾ ਵੀ ਇਹ ਤਰ੍ਹਾਂ ਨਹੀਂ ਕੋਈ ਜਿੰਨੇ ਕਰਕੇ ਪੜ੍ਹੇ ਲਿਖੇ ਨਹੀਂ ਸੈਟਿੰਗ ਬਾਕੀ ਉਹਨਾਂ ਸਮੇਂ ਦੇ ਵਿੱਚ ਜਦੋਂ ਆਪਾਂ 50% ਜਾਂ 55 ਦੇ ਕੇ ਬਾਅਦ ਅੱਜ ਦੇ ਕੋਲ ਨਾਲੇ ਅੱਗੇ ਹੋਰ ਕੰਪੀਟੀਸ਼ਨ ਵੱਧਦਾ ਹੀ ਜਾਣਾ ਟਾਈਮ ਪੀਰੀਅਡ ਨਹੀਂ ਹੈਗਾ ਕਦੋਂ ਮੀਟਿੰਗ ਪਰ ਉਹਦੇ ਟੀਚਰ ਜਿਹੜੇ ਇਹ ਇਹਨਾਂ ਦਾ ਕੁਝ ਨਹੀਂ ਇਹਨਾਂ ਦਾ ਕੁਝ ਜਾਂ ਇਹਨਾਂ ਨੂੰ ਉਹਨਾਂ ਤੇ ਐਡਜਸਟ ਕਰਦੇ ਨੇ ਸਰਕਾਰੀ ਸਕੂਲਾਂ ਦੇ ਸ਼ੁਰੂ ਕਰਤੀ ਪਰ ਜਿਹੜੇ ਪੜ੍ਹਾਉਣ ਵਾਲੇ ਟੀਚਰ ਆ ਉਹਨਾਂ ਦਾ ਪਤਾ ਨਹੀਂ 4 ਸਾਲ ਪਹਿਲਾਂ ਦੇਖੋ ਉਦੋਂ ਇਹਨਾਂ ਨੂੰ ਯਾਦ ਨਹੀਂ ਸੀ ਕਿ ਅਸੀਂ ਨਹੀਂ ਇਹਨਾਂ ਦੇ ਪੜ੍ਹਾਉਣ ਦੇ ਵਿੱਚ ਕਿਹਨੂੰ ਲਾਉਣਾ ਭਰਤੀ ਕਰਨਾ ਸੀ ਇਹਨਾਂ ਨੂੰ ਕੋਈ ਯਾਦ ਨਹੀਂ ਸੀ ਕੁਮਾਰ ਕੁਮਾਰ ਸਰ ਨੂੰ ਕੋਈ ਯਾਦ ਨਹੀਂ ਸੀ ਇਹਨਾਂ ਨੂੰ ਉਹ ਸਾਡੇ ਤੋਂ ਕੰਮ ਲਿਆ 4 ਸਾਲ ਸਾਡੇ ਤੋਂ ਕੰਮ ਲਿਆ ਪੰਜਵੇਂ ਸਾਲ ਇਹਨੇ ਕਿਸ ਤਰ੍ਹਾਂ ਬਾਕੀ ਦੀ ਸਾਡੇ ਨੰਬਰ ਕਢਾ ਕੇ ਬਰਾਬਰ ਕਰਦੇ ਤੇ 4 ਸਾਲ ਤੋਂ ਸਾਡੇ ਦੇਸ਼ ਨੇ ਉਹ ਬੱਚਿਆਂ ਦਾ ਫਿਊਚਰ ਅਸੀਂ ਸਾਡਾ ਦੇਸ਼ ਪਿੰਡਾਂ 'ਚ ਅਸੀਂ ਆਂਗਨਵਾੜੀ ਵਰਕਰਾਂ ਨਾਲ ਬਾਕੀ ਦਾ ਚੜਾਵਾ ਵੀ ਤਾਂ ਉਹਨਾਂ ਨੂੰ ਲੱਗਿਆ ਸੀ ਸਾਡੇ ਬੱਚੇ ਖੋ ਕੇ ਲੈ ਗਏ ਜਦੋਂ ਅਸੀਂ ਘਰਾਂ ਕੰਮ ਕਰ ਰਹੇ ਨੇ ਅੱਗੇ ਹੋ ਕੇ ਤੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਜੀ ਗੁਰਪ੍ਰੀਤ ਸਿੰਘ ਜੀ ਕੋਲ परम सत्कारयोग बहुत
बहुत ही जुझारू साथियों, सब तो पहला ਵਧਾਈ ਦੇ ਪਾਤਰ ਹੋ ਜਿਹੜੇ 16 ਤਰੀਕ ਤੋਂ ਲੈ ਕੇ 16 ਜੂਨ ਤੋਂ ਲੈ ਕੇ ਸੰਘਰਸ਼ ਦੇ ਮੈਦਾਨ ਦੇ ਵਿੱਚ ਲਗਾਤਾਰ ਡਟੇ ਹੋਏ ਹੋ, ਕਿਉਂਕਿ ਕਈ ਸਾਥੀ ਇਹ ਸੋਚਦੇ ਲੈਂਦੇ ਆ ਕਿ ਸ਼ਾਇਦ ਸਾਡੀ ਗਿਣਤੀ ਹੈ ਜਿਹੜੀ ਉਹ ਘਟੀ ਗਈ ਹੈ, ਪਰ ਪਹਿਲਾਂ ਤਾਂ ਸਾਥੀਓ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਲੜਨ ਵਾਲੇ ਯੋਧਿਆਂ ਦੀ ਗਿਣਤੀ ਚਾਹੇ ਘੱਟ ਹੋਵੇ ਪਰ ਉਹਨਾਂ ਦਾ ਜਿਹੜਾ ਕੰਮ ਆ, ਉਹਨਾਂ ਦੇ ਜਿਹੜੇ ਗੋਲ ਆ, ਉਹਨਾਂ ਦੇ ਜਿਹੜੇ ਸੰਘਰਸ਼ ਆ, ਉਹ ਉਵੇਂ ਲਗਾਤਾਰ ਚੱਲਦੇ ਰਹਿੰਦੇ ਆ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਆਪਾਂ ਇੱਥੇ ਸੰਘਰਸ਼ੀ ਮੋਰਚਾ, ਪੱਕਾ ਮੋਰਚਾ ਲਗਾਇਆ। ਇਸ ਮੋਰਚੇ ਦੇ ਵਿੱਚ ਸ਼ਾਮਲ ਸਾਰੇ ਹੀ ਜੁਝਾਰੂ ਸਾਥੀ ਜਿਹੜੇ ਕਿ ਪੰਜਾਬ ਸਰਕਾਰ ਦੀਆਂ ਖਾਸ ਤੌਰ ਤੇ ਸਿੱਖਿਆ ਵਿਭਾਗ ਦੀਆਂ ਬਹੁਤ ਹੀ ਅਧਿਆਪਕ ਵਿਰੋਧੀ ਤੇ ਖਾਸ ਤੌਰ ਤੇ ਕੱਚੇ ਅਧਿਆਪਕਾਂ ਵਿਰੋਧੀ ਜਿਹੜੀ ਨੀਤੀਆਂ, ਉਹਨਾਂ ਦਾ ਅਸੀਂ ਲੰਮੇ ਸਮੇਂ ਤੋਂ ਸ਼ਿਕਾਰ ਹੋ ਰਹੇ ਹਾਂ। ਪਰ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਸਮਾਂ ਹੈ ਚੱਲਦਾ ਹੈ, ਮੌਜੂਦਾ ਸਮੇਂ ਦੀ ਸਰਕਾਰ ਦੀ ਆਪਾਂ ਗੱਲ ਕਰੀਏ, ਜਿਵੇਂ ਇੱਕ ਨਾਰਾ ਤੁਸੀਂ ਸਾਰੇ ਸੁਣਦੇ ਆ ਰਹੇ ਹੋ ਤੇ ਲਗਾਇਆ ਜਾਂਦਾ ਗਾ ਵੀ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਬਾਤ ਨਹੀਂ ਲੈਂਦੇ, ਜਾਂ ਕਹਿੰਦੇ ਵੀ ਸਾਰ ਨਹੀਂ ਲੈਂਦੇ। ਸੇਮ ਇਸੇ ਤਰ੍ਹਾਂ ਹੀ ਵੋਟਾਂ ਤੋਂ ਪਹਿਲਾਂ 10 ਸਾਲ ਅਕਾਲੀ ਭਾਜਪਾ ਸਰਕਾਰ ਨੇ ਸਾਡਾ ਰੱਜ ਕੇ ਸ਼ੋਸ਼ਣ ਕੀਤਾ। ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ, ਵਾਰ-ਵਾਰ ਸਟੇਜ ਤੋਂ ਮੰਚ ਦੇ ਉੱਤੇ ਵੀ ਦੁਹਰਾਈ ਕੀਤੀ ਜਾਂਦੀ ਰਹੀ ਆ ਕਿ ਵੋਟਾਂ ਤੋਂ ਪਹਿਲਾਂ ਜਦ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦਾ ਇਸੇ ਗੇਟ ਦੇ ਸਾਹਮਣੇ ਇਸੇ ਜਗ੍ਹਾ ਦੇ ਉੱਤੇ 419 ਦਿਨ ਦਾ ਜਿਹੜਾ ਧਰਨਾ ਲਗਾਤਾਰ ਸ਼ੁਰੂ ਕੀਤਾ ਹੋਇਆ ਸੀ। ਬੇਸ਼ੱਕ ਉਸ ਸਮੇਂ ਅਕਾਲੀ ਭਾਜਪਾ ਸਰਕਾਰ ਸੀ, ਉਹਨੇ ਵੀ ਬਹੁਤ ਸਾਰੇ ਵਾਅਦੇ ਕੀਤੇ ਸੀ ਸਿੱਖਿਆ ਪ੍ਰੋਵਾਈਡਰਾਂ ਦੇ ਨਾਲ ਵੀ ਤੁਹਾਡੀ ਜਿਹੜੀ 1/4/12 ਤੋਂ ਐਸਐਸਸੀ ਦਾ ਗ੍ਰੇਡ ਤੁਹਾਨੂੰ ਦੇ ਦਿੱਤਾ ਜਾਵੇਗਾ, ਪਰ 1/4/12 ਤੋਂ ਜਿਹੜਾ ਫੁੱਲ ਪੇ ਗ੍ਰੇਡ ਦੇਣਾ ਸੀ, ਨਾ ਤਾਂ ਐਸਐਸਸੀ ਦਾ ਗ੍ਰੇਡ ਦਿੱਤਾ, ਉਹ ਸਿਰਫ ਕਾਗਜ਼ੀ ਜਿਹੜੇ ਪੱਤਰ ਜਾਰੀ ਕੀਤੇ ਸੀ ਉਹ ਕਾਗਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ। ਪਰ ਉਸ ਸਮੇਂ ਅਕਾਲੀ ਭਾਜਪਾ ਸਰਕਾਰ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਤੇ ਆਪਣੇ ਪੂਰੇ ਮੰਤਰੀਆਂ ਸ਼ੰਤਰੀਆਂ ਦੇ ਨਾਲ ਬੜਾ ਹਮਦਰਦ ਜਿਹਾ ਹੋ ਕੇ ਧਰਨੇ ਦੇ ਵਿੱਚ ਪਹੁੰਚਿਆ ਸੀ ਤੇ ਪਹੁੰਚਣ ਤੋਂ ਬਾਅਦ ਵੀ ਉਹਨੇ ਬੜੀ ਨਿੰਮੋ ਝੋਣਾ ਹੋ ਕੇ ਜਾ ਕੇ ਮਗਰਮੱਛ ਦੇ ਹੰਝੂ ਦੇ ਵਹਾਉਣ ਵਾਲੀ ਹਾਲਤ ਕਰਕੇ ਜਦ ਅਧਿਆਪਕਾਂ ਨੂੰ ਇਸੇ ਤਰ੍ਹਾਂ ਸੇਮ ਜਿਸ ਤਰ੍ਹਾਂ ਅੱਜ ਅਸੀਂ ਬੈਠੇ ਹਾਂ ਸੇਮ ਤਰੀਕੇ ਉੱਤੇ ਬੈਠ ਕੇ ਪੁੱਛਿਆ ਸੀ ਵੀ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ। ਜਦ ਕੁਆਲੀਫਿਕੇਸ਼ਨ ਬਾਰੇ ਦੱਸਿਆ ਗਿਆ ਵੀ ਸਾਰਾ ਅਸੀਂ ਸਾਰੇ ਹੀ ਐਮਏ ਬੀਡੀ ਅਧਿਆਪਕ ਹਾਂ, ਐਮਏ ਬੀਐਡ ਹਾਂ ਜਾਂ ਈਟੀਟੀ ਆ ਜਾਂ ਹੋਰ ਆਰਟ ਐਂਡ ਕਰਾਫਟ ਆ ਜਾਂ ਕੋਈ ਨਾ ਕੋਈ ਪ੍ਰੋਫੈਸ਼ਨਲ ਡਿਗਰੀ ਸਾਡੇ ਸਾਥੀ ਸਾਰੇ ਰੱਖਦੇ ਨੇ। ਪਰ ਜਦ ਉਹਨੇ ਬੜਾ ਨਿੰਮੋ ਝੋਣਾ ਜਿਹਾ ਹੋ ਕੇ ਇੰਨੀ ਕੁਆਲੀਫਿਕੇਸ਼ਨ ਬਾਰੇ ਪੁੱਛ ਕੇ ਉਹਨੇ ਕਿਹਾ ਵੀ ਬੜੀ ਸ਼ਰਮ ਦੀ ਗੱਲ ਹੈ ਵੀ ਇੱਥੋਂ ਦੀ ਸਰਕਾਰ ਹੈ ਜਿਹੜੀ ਉਦੋਂ ਕੋਸਤਾ ਸੀ ਅਕਾਲੀ ਭਾਜਪਾ ਸਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ, ਵੀ ਬੜੀ ਸ਼ਰਮ ਦੀ ਗੱਲ ਹੈ ਵੀ ਇੱਕ ਐਮਏ ਬੀਐਡ ਅਧਿਆਪਕਾਂ ਨੂੰ ਇੱਕ ਅਨਪੜ੍ਹ ਮਾਲੀ ਤੋਂ ਵੀ ਵੱਧ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਵੀ ਮੇਰਾ ਤਾਂ ਇੱਕ ਅਨਪੜ੍ਹ ਮਾਲੀ ਆ ਤੇ ਤੁਸੀਂ ਐਮਏ ਬੀਐਡ ਹੋਗੇ, ਮੇਰਾ ਜਿਹੜਾ ਇੱਕ ਅਨਪੜ੍ਹ ਮਾਲੀ ਆ ਉਹ ਤੁਹਾਡੇ ਨਾਲੋਂ ਵੱਧ ਤਨਖਾਹ ਲੈ ਰਿਹਾ ਹੈਗਾ। ਨਾਲ ਦੀ ਨਾਲ ਉਹਨੇ ਇੱਕ ਜਿਹੜਾ ਹੋਰ ਗੱਲ ਸਾਂਝੀ ਕੀਤੀ ਸੀ ਵੀ ਜਿਹੜਾ ਸਰਕਾਰ ਵੱਲੋਂ ਜਾਂ ਸਾਡੇ ਸੰਵਿਧਾਨ ਦੇ ਅਨੁਸਾਰ ਇਕੁਅਲ ਵਰਕ ਇਕੁਅਲ ਪੇ ਦਾ ਜਿਹੜਾ ਮਸਲਾ ਆ ਵੀ ਉਹ ਇਹਨਾਂ ਤੇ ਲਾਜ਼ਮੀ ਤੌਰ ਤੇ ਲਾਗੂ ਹੋਣਾ ਚਾਹੀਦਾ ਹੈਗਾ, ਕਿਉਂਕਿ ਸੰਵਿਧਾਨ ਦੇ ਵਿੱਚ ਵੀ ਸਾਡਾ ਲਿਖਿਆ ਹੋਇਆ ਬਰਾਬਰ ਕੰਮ ਬਰਾਬਰ ਤਨਖਾਹ ਦਾ ਜਿਹੜਾ ਕਾਨੂੰਨ ਆ ਉਹ ਹਰ ਇੱਕ ਅਧਿਆਪਕ ਤੇ ਕਹਿ ਲਈਏ ਹਰ ਇੱਕ ਮੁਲਾਜ਼ਮ ਤੇ ਲਾਗੂ ਹੋਣਾ ਚਾਹੀਦਾ। ਤੇ ਉਹਨੇ ਇਹ ਵੀ ਕਿਹਾ ਸੀ ਵੀ ਮੇਰੀ ਸਰਕਾਰ ਆਉਂਦੀ ਆ ਤੇ ਤੁਰੰਤ ਤੁਹਾਡਾ ਜਿਹੜਾ ਇਕੁਅਲ ਵਰਕ ਇਕੁਅਲ ਪੇ ਵਾਲਾ ਮਸਲਾ ਜਾਂ ਕਹਿੰਦੀ ਕਾਨੂੰਨ ਆ ਉਹ ਘੱਟ 'ਚ ਲਾਗੂ ਕਰ ਦਿੱਤਾ ਜਾਊਗਾ। ਪਰ ਜਦ ਸ਼ਤਾਂ ਦੇ ਵਿੱਚ ਆ ਗਏ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਇਹ ਸਾਰੇ ਕੀਤੇ ਹੋਏ ਵਾਅਦੇ ਉਹਨੇ ਮਿੱਟੀ 'ਚ ਮਿਲਾ ਦਿੱਤੇ। ਵਾਅਦੇ ਪੂਰੇ ਤਾਂ ਕੀ ਕਰਨੇ ਸੀ, ਉਹਨੇ ਅੱਜ ਤੱਕ ਅਧਿਆਪਕਾਂ ਨੂੰ ਮੀਟਿੰਗ ਦਾ ਸਮਾਂ ਵੀ ਨਹੀਂ ਦਿੱਤਾ। ਸੋ ਸਾਥੀਓ, ਬੇਸ਼ੱਕ ਉਸਨੇ ਮੀਟਿੰਗ ਦਾ ਸਮਾਂ ਨਹੀਂ ਦਿੱਤਾ, ਪਰ ਤੁਹਾਡਾ ਜਿਹੜਾ ਸੰਘਰਸ਼ ਆ ਜਾਂ ਤੁਹਾਡਾ ਜਿਹੜਾ ਗੁੱਸਾ ਉਹ ਦਿਨ ਬ ਦਿਨ ਵੱਧਦਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਸ ਤੋਂ ਜ਼ਿਆਦਾ ਵਧੇਗਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਸੇ ਮੋਹਾਲੀ ਦੀ ਧਰਤੀ ਦੇ ਉੱਤੇ ਜਿਹੜੇ ਤੁਸੀਂ ਵੱਡੇ ਐਕਸ਼ਨ ਕੀਤੇ ਆ
ਜਿੰਨੀ ਤੁਹਾਡੀ ਗੈਦਰਿੰਗ ਹੋਈ ਹੈ ਇਸ ਐਕਸ਼ਨਾਂ ਦੇ ਵਿੱਚ, ਜਿੱਦਾਂ ਤੁਹਾਡਾ ਜੋਸ਼ ਇਹਨਾਂ ਐਕਸ਼ਨਾਂ ਦੇ ਵਿੱਚ ਦੇਖਿਆ ਗਿਆ, ਜਾਂ ਕਹਿ ਲਈਏ ਵੀ ਦੁਨੀਆ ਦੇ ਵਿੱਚ ਹੀ, ਪੰਜਾਬ ਦੇ ਵਿੱਚ ਖਾਸ ਤੌਰ ਤੇ ਪਹਿਲੀ ਵਾਰ ਹੋਇਆ ਕਿ ਤੁਹਾਨੂੰ ਜਿੰਨੀ ਸਪੋਰਟ ਮਿਲੀ ਆ, ਖਾਸ ਤੌਰ ਤੇ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵੱਲੋਂ, ਮੁਲਾਜ਼ਮ ਜਥੇਬੰਦੀਆਂ ਵੱਲੋਂ, ਕਿਸਾਨ ਯੂਨੀਅਨ ਵੱਲੋਂ, ਵੀ ਕੋਈ ਵੀ ਅਜਿਹਾ ਜਥੇਬੰਦੀ ਨਹੀਂ ਹੋਣੀ ਜਿਹਨੇ ਤੁਹਾਨੂੰ ਸਪੋਰਟ ਨਾ ਕੀਤੀ ਹੋਵੇ। ਕਿਉਂਕਿ ਜਦ ਕੋਈ ਵੀ ਸੰਘਰਸ਼ ਲੋਕ ਲਹਿਰ ਦਾ ਰੂਪ ਧਾਰਨ ਕਰ ਲੈਂਦਾ ਤਾਂ ਡੈਫੀਨੇਟਲੀ ਆ ਵੀ ਉਹ ਸੰਘਰਸ਼ ਹਮੇਸ਼ਾ ਜਿੱਤ ਦੇ ਵੱਲ ਵਧਦਾ ਹੁੰਦਾ ਗਾ। ਬੇਸ਼ੱਕ ਹਜੇ ਵੀ ਸਰਕਾਰ ਸਾਡੇ ਨਾਲ ਥੋੜ੍ਹੀਆਂ ਮੀਟਿੰਗਾਂ ਦਾ ਲਾਰਾ ਲਾ ਕੇ ਜਾਂ ਤੁਹਾਡੇ ਮਨੋਬਲ ਨੂੰ ਡੇਗਣ ਦੀ ਖਾਤਰ, ਤੁਹਾਡੇ ਮਨੋਬਲ ਨੂੰ ਢਾਹ ਲਾਉਣ ਦੀ ਖਾਤਰ ਸੰਘਰਸ਼ ਨੂੰ ਦਾਰੂ ਪਿੰਡਾ ਕਰਨ ਦੀ ਕੋਸ਼ਿਸ਼ ਵੀ ਕਰੂਗੀ। ਤੁਹਾਡੇ ਮਨੋਬਲ ਨੂੰ ਹਲੇ ਹੋਰ ਪਰਖਿਆ ਜਾਊਗਾ, ਤੁਹਾਡੇ ਸਬਰ ਨੂੰ। ਪਰ ਦੋਸਤੋ, ਕਦੇ ਵੀ ਕੋਈ ਵੀ ਡੈਡਲਾਈਨ ਨਹੀਂ ਸਾਨੂੰ ਦੇਣੀ ਚਾਹੀਦੀ ਵੀ ਆਹ ਬੁੱਧਵਾਰ ਨੂੰ ਜਾਂ ਸ਼ੁੱਕਰਵਾਰ ਨੂੰ ਸਾਡਾ ਪ੍ਰੋਪਰ ਹੱਲ ਇਹ ਕਰ ਦੇਣਗੇ। ਸੋ ਹਮੇਸ਼ਾ ਦਿਲ ਦੇ ਵਿੱਚ ਇਹ ਰੱਖੋ ਵੀ ਅਸੀਂ ਚਾਹੇ ਅਗਲਾ ਬੁੱਧਵਾਰ ਹੋਵੇ, ਉਦੋਂ ਅਗਲਾ ਹੋਵੇ, ਜਦ ਤੱਕ ਸਾਡੀਆਂ ਮੰਗਾਂ ਨੂੰ ਪ੍ਰੋਪਰ ਅਸਲੀ ਜਾਮਾ ਨਹੀਂ ਪਹਿਨਾਇਆ ਜਾਂਦਾ ਤੇ ਅਸੀਂ ਟਿੱਕੇ ਨਹੀਂ ਬੈਠਾਂਗੇ। ਬੇਸ਼ੱਕ ਉਤਰਾਅ ਚੜ੍ਹਾਅ ਸੰਘਰਸ਼ਾਂ ਦੇ ਵਿੱਚ ਆਉਂਦੇ ਰਹਿੰਦੇ ਆ ਤੇ ਗਿਣਤੀ ਵੱਧਦੀ ਘਟਦੀ ਵੀ ਰਹਿੰਦੀ ਆ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਥੱਕ ਗਏ ਆ ਜਾਂ ਅੱਕ ਗਏ ਆ। ਜਿਨ੍ਹਾਂ ਨੇ ਕੁਝ ਪ੍ਰਾਪਤ ਕਰਨਾ ਹੁੰਦਾ ਉਹ ਹਮੇਸ਼ਾ ਹੀ ਘਰੇ ਬੈਠੇ ਹੋਣ ਚਾਹੇ ਤਾਂ ਵੀ ਉਹ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਹੁੰਦੇ ਆ। ਬਾਕੀ ਗੱਲ ਸਾਥੀਓ, ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਹਮੇਸ਼ਾ ਹੀ ਆਮ ਲੋਕਾਂ ਦਾ ਖੂਨ ਪੀਣ ਵਾਲੀਆਂ ਰਹੀਆਂ ਨੇ ਤੇ ਰਹਿਣਗੀਆਂ। ਜਦ ਲੋਕਾਂ ਨੂੰ ਇਹਨਾਂ ਨੀਤੀਆਂ ਨੂੰ ਚੰਗੀ ਤਰ੍ਹਾਂ ਸਮਝਣਾ ਪਵੇਗਾ, ਸਭ ਤੋਂ ਪਹਿਲੀ ਸਮਝਣ ਦੀ ਗੱਲ ਇਹ ਹੋਵੇਗੀ, ਹੁਣ ਅਕਾਲੀ ਭਾਜਪਾ ਸਰਕਾਰ ਵੇਲੇ ਤਾਂ ਸਾਨੂੰ ਕੈਪਟਨ ਅਮਰਿੰਦਰ ਸਿੰਘ ਬੁੱਧੂ ਬਣਾ ਗਿਆ ਸੀ ਜਾਂ ਲਾਰਾ ਲਾ ਗਿਆ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਤੇ ਹੁਣ ਸ਼ਾਇਦ ਜਿਹੜੇ 10 ਸਾਲ ਪਹਿਲਾਂ ਵਾਲੇ ਸੀ ਉਹ ਤੁਹਾਡੇ ਕੋਲੇ ਆਉਣਗੇ ਤੇ ਤੁਹਾਨੂੰ ਮਿੱਠੀਆਂ ਗੋਲੀਆਂ ਦੇਣਗੇ ਵੀ ਸਾਡੀ ਸਰਕਾਰ ਲਿਆਓ ਤੇ ਅਸੀਂ ਤੁਹਾਨੂੰ ਆਪਦੀ ਪਹਿਲੀ ਕੈਬਨਿਟ ਦੇ ਵਿੱਚ ਹੀ ਤੁਹਾਨੂੰ ਰੈਗੂਲਰ ਕਰ ਦਿਆਂਗੇ। ਪਰ ਹੁਣ ਤੁਸੀਂ ਸਾਰੇ ਲੰਮਾ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਡਟੇ ਹੋਏ ਸੀ ਅੱਜ ਤੱਕ, ਤੇ ਤੁਹਾਨੂੰ ਇਹ ਸਾਰੀ ਸਮਝ ਆ ਚੁੱਕੀ ਆ ਵੀ ਕੌਣ ਸਾਡਾ ਹਮਦਰਦੀ ਆ ਤੇ ਕੌਣ ਸਾਡਾ ਦੁਸ਼ਮਣ ਆ। ਇਹ ਆਪਾਂ ਪਛਾਣ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰਿਆਂ ਨੇ ਹੀ ਇੱਕਮੁੱਠਤਾ ਦੇ ਨਾਲ ਇਹਨਾਂ ਲੁੱਟੂ ਸਰਕਾਰਾਂ ਨੂੰ ਮੂੰਹ ਤੋੜਨਾ ਜਵਾਬ ਦੇਣਾਗਾ। ਕਿਉਂਕਿ ਜੇ ਪਿਛਲੇ ਸਮਿਆਂ ਵੱਲ ਅਸੀਂ ਝਾਤੀ ਮਾਰੀਏ, ਸਾਡੇ ਆਜ਼ਾਦੀ ਦੇ ਪਰਵਾਨਿਆਂ ਨੇ ਆਪਣੇ ਹੱਕ ਸੱਚ ਤੇ ਇਨਸਾਫ ਲੈਣ ਦੇ ਲਈ ਬੜੀ ਵੱਡੀ ਲੰਮੀ ਜਹਿਦ ਕੀਤੀ ਸੀ ਤੇ ਬਹੁਤ ਸਾਰੀਆਂ ਕੁਰਬਾਨੀਆਂ ਵੀ ਦਿੱਤੀਆਂ ਸੀ। ਪਰ ਜੇ ਉਹ ਸੋਚਦੇ ਵੀ ਇਹ ਤਾਂ ਮੰਨਦੇ ਨਹੀਂ ਅਸੀਂ ਆਜ਼ਾਦੀ ਨਹੀਂ ਲੈ ਸਕਦੇ, ਸ਼ਾਇਦ ਅਸੀਂ ਜਿਹੜੀ ਕਾਗਜ਼ੀ ਆਜ਼ਾਦੀ ਸਾਨੂੰ ਮਿਲੀ ਆ ਉਹ ਨਾ ਪ੍ਰਾਪਤ ਹੁੰਦੀ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸਾਡੇ ਸਾਰੇ ਹੀ ਆਜ਼ਾਦੀ ਦੇ ਪਰਵਾਨਿਆਂ ਨੇ ਸੋਚਿਆ ਸੀ ਵੀ ਸਾਡੇ ਸਮਾਜ ਦੇ ਵਿੱਚ ਇਹੋ ਜਿਹਾ ਸੰਵਿਧਾਨ ਹੋਊਗਾ, ਲੋਕਤੰਤਰ ਹੋਊਗਾ, ਲੋਕਾਂ ਦੀ ਗੱਲ ਕੀਤੀ ਜਾਊ, ਸਰਕਾਰਾਂ ਦੇ ਜਿਹੜੇ ਮੁੱਢਲੇ ਫਰਜ਼ ਹੋਣਗੇ ਉਹ ਲੋਕਾਂ ਦਾ ਦੁੱਖ ਦਰਦ ਤੇ ਤਕਲੀਫਾਂ ਸੁਣਨ ਵਾਲੇ ਹੋਣਗੇ। ਪਰ ਹੋਇਆ ਕੀ ਆ ਸਾਥੀਓ, ਸਭ ਕੁਝ ਉਲਟ ਹੋ ਰਿਹਾ। ਬੇਸ਼ੱਕ ਅਸੀਂ ਕਹਿਣ ਨੂੰ ਲੋਕਤੰਤਰ ਦੇ ਵਾਸੀ ਆ ਤੇ ਲੋਕਤੰਤਰ ਹੈ, ਪਰ ਸਭ ਕੁਝ ਲੋਕਤੰਤਰ ਦੇ ਅਗੇਂਸਟ ਹੋ ਰਿਹਾ ਹੈਗਾ। ਲੋਕਤੰਤਰ ਦੇ ਵਿੱਚ ਲੋਕਤੰਤਰੀ ਸਰਕਾਰਾਂ ਦਾ ਮੁੱਢਲਾ ਫਰਜ਼ ਹੁੰਦਾ ਆਪਣੇ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਸੁਣਨਾ ਤੇ ਉਹਨਾਂ ਨੂੰ ਦੂਰ ਕਰਨਾ। ਪਰ ਇੱਥੇ ਤੁਸੀਂ ਕੀ ਦੇਖ ਰਹੇ ਹੋ, ਜਿਹੜਾ ਸੱਤਾ ਹਾਸਲ ਕਰ ਲੈਂਦਾ ਉਹੀ ਲੋਕਾਂ ਨੂੰ ਲੁੱਟਣ ਕੁੱਟਣ ਤੇ ਉਹਨਾਂ ਦਾ ਖੂਨ ਪੀਣ ਦੀ ਖਾਤਰ ਡਟ ਜਾਂਦਾ ਗਾ। ਸੇਮ ਇਸੇ ਤਰ੍ਹਾਂ ਹੀ ਸਾਡੇ ਨਾਲ ਪਿਛਲੇ 70-74 ਸਾਲਾਂ ਤੋਂ ਇਹ ਵਾਪਰ ਰਿਹਾ ਹੈਗਾ। ਪਰ ਅਸੀਂ ਲੋਕ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦ ਵੋਟਾਂ ਦਾ ਸਮਾਂ ਆਉਂਦਾ ਗਾ, ਅਸੀਂ ਫਿਰ ਛੋਟੇ ਵਾਅਦਿਆਂ ਵਿੱਚ ਜਾਂ ਵੱਡੇ ਵਾਅਦਿਆਂ ਪਿੱਛੇ ਇਹਨਾਂ ਦੇ ਪਿੱਛੇ ਫਿਰ ਪਿਛ ਲੱਗੂ ਬਣ ਜਾਂਦੇ ਆ ਤੇ ਆਪਣੇ ਜਿਹੜੇ ਸੇਮ ਰਸਤਿਆਂ ਤੋਂ ਭਟਕ ਜਾਂਦੇ ਆ। ਸੋ ਅੱਜ ਸਾਨੂੰ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਆ ਕਿ ਅਸੀਂ ਬੇਸ਼ੱਕ ਸਾਡਾ 15-20 ਸਾਲ ਤੋਂ ਰੱਜ ਕੇ ਸ਼ੋਸ਼ਣ ਕਰ ਲਿਆ ਇੱਥੋਂ ਦੀਆਂ ਸਰਕਾਰਾਂ ਨੇ, ਪਰ ਹੁਣ ਅਸੀਂ ਆਪਣਾ ਸ਼ੋਸ਼ਣ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਕਿਉਂਕਿ ਜਿਹੜੇ ਇੱਕ ਅਧਿਆਪਕ ਨੇ, ਜਿਹੜੇ ਇੱਕ ਵਿਅਕਤੀ ਨੇ ਆਪਣੀ ਜ਼ਿੰਦਗੀ ਦੇ 15-20 ਸਾਲ ਇਹਨਾਂ ਸਕੂਲਾਂ ਦੇ ਵਿੱਚ ਇੱਥੋਂ ਦੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਖਾਤਰ ਆਪਣਾ ਆਪਾ ਵਾਰ ਦਿੱਤਾ ਹੋਵੇ ਤੇ ਉਹ ਹੁਣ ਪਿੱਛੇ ਕਿਵੇਂ ਹਟ ਸਕਦਾ ਗਾ। ਇੱਥੋਂ ਦੀਆਂ ਢੀਠ ਤੇ ਬੇਸ਼ਰਮ ਸਰਕਾਰਾਂ ਨੂੰ ਚਾਹੀਦਾ ਗਾ ਵੀ ਅਜੇ ਵੀ ਲਾਰੇ ਲਾਓ ਤੇ ਜਿਹੜੀ ਡੰਗ ਟਪਾਓ ਦੀ ਨੀਤੀ ਆ ਉਹਨਾਂ ਨੂੰ ਤੁਰੰਤ ਰੱਦ ਕਰਨ ਤੇ ਬਹੁਤ ਜਲਦੀ ਤੋਂ ਜਲਦੀ ਜਿਹੜੀ ਵੀ ਹੁਣ ਇਹ ਮੀਟਿੰਗ ਦਾ ਸਾਨੂੰ ਕਹਿ ਕੇ ਗਿਆ ਕੈਪਟਨ ਸੰਦੀਪ ਸੰਧੂ ਜੀ ਇੱਥੇ ਧਰਨੇ ਵਿੱਚ ਪਹੁੰਚ ਕੇ ਉਹਨੂੰ ਅਸਲੀ ਜਾਮਾ ਪਹਿਨਾਉਣ। ਕਿਉਂਕਿ ਜੇਕਰ ਅਜੇ ਵੀ ਸਾਨੂੰ ਟਾਲ ਮਟੋਲ ਦੀ ਨੀਤੀ ਦੇ ਜ਼ਰੀਏ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਅੱਜ ਕਿਤੇ ਨਾ ਕਿਤੇ ਸੋਚੀ ਬੈਠੇ ਆ ਵੀ ਆਉਣ ਵਾਲਾ ਸਾਡੇ ਜਿਹੜੇ 5 ਸਾਲਾਂ ਫੇਰ ਪਤਾ ਨਹੀਂ ਸਾਡੇ ਹੱਥ ਸੱਤਾ ਆ ਜਾਊਗੀ, ਪਰ ਇਹ ਬਹੁਤ ਵੱਡੀ ਭੁੱਲ ਕਰਦੇ ਆ।
ਵੀ ਜੇਕਰ ਅਸੀਂ ਪਹਿਲਾਂ ਦੇ ਕੀਤੇ ਵਾਅਦੇ ਨਹੀਂ ਅਧਿਆਪਕਾਂ ਦੇ ਨਾਲ ਪੂਰੇ ਕੀਤੇ, ਕੀ ਅਸੀਂ ਇਹ ਦੁਬਾਰੇ ਸੱਤਾ ਤੇ ਕਾਬਜ ਹੋ ਸਕਦੇ ਹਾਂ? ਇਹ ਸੋਚਣ ਵਾਲੀ ਗੱਲ ਹੈ ਇੱਥੋਂ ਸਰਕਾਰਾਂ ਨੂੰ। ਪਰ ਸਾਥੀਓ, ਫਿਰ ਵੀ ਜੇਕਰ ਅਜੇ ਵੀ ਇਹ ਸਮਝਦੇ ਨਹੀਂ ਤੇ ਆਉਣ ਵਾਲੇ ਆਪਾਂ ਸਮੇਂ ਦੇ ਵਿੱਚ ਇਹਨਾਂ ਨੂੰ ਲਾਜ਼ਮੀ ਤੌਰ ਤੇ ਇਹ ਸਬਕ ਸਿਖਾ ਦਿਆਂਗੇ, ਖਾਸ ਤੌਰ ਤੇ ਕੱਚੇ ਅਧਿਆਪਕ, ਵੀ ਜਿਹੜਾ ਤੁਸੀਂ ਸਾਡਾ 15-20 ਸਾਲ ਤੋਂ ਲੈ ਕੇ ਸ਼ੋਸ਼ਣ ਕੀਤਾ, ਉਹਦਾ ਅਸੀਂ ਜਿਹੜਾ ਉਹਦਾ ਖਮਿਆਜਾ ਤੁਹਾਨੂੰ ਜਾਂ ਉਹਦਾ ਕਰੀਏ ਜਿਹੜਾ ਸਬੂਤ ਆ ਉਹ ਅਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਲਾਜ਼ਮੀ ਤੌਰ ਤੇ ਤੁਹਾਨੂੰ ਦੇਵਾਂਗੇ, ਜੇਕਰ ਅਜੇ ਵੀ ਸਾਡੀਆਂ ਨਾਲ ਕੀਤੇ ਜਿਹੜੇ ਵਾਅਦੇ ਆ ਉਹ ਤੁਸੀਂ ਪੂਰੇ ਨਾ ਕੀਤੇ। ਕਿਉਂਕਿ ਤੁਹਾਨੂੰ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹਾਂਗਾ, ਕਿਉਂਕਿ ਆਜ਼ਾਦੀ ਸਮੇਂ ਦੇ ਵੇਲੇ ਜਿਹੜੇ ਸਾਡੇ ਆਜ਼ਾਦੀ ਦੇ ਪਰਵਾਨਿਆਂ ਨੇ ਸੋਚਿਆ ਸੀ ਵੀ ਇੱਥੇ ਇੱਕ ਵੱਖਰਾ ਕਾਨੂੰਨ ਹੋਵੇ, ਇੱਕ ਵੱਖਰਾ ਸੰਵਿਧਾਨ ਹੋਵੇ, ਇੱਕ ਵੱਖਰਾ ਲੋਕਤੰਤਰ ਹੋਵੇ, ਜਿਹਦੇ ਵਿੱਚ ਲੋਕਤੰਤਰ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਨੂੰ ਸਮਝਣ ਦੀ ਸਰਕਾਰਾਂ ਆਪਣਾ ਪੂਰਾ ਫਰਜ਼ ਸਮਝਿਆ ਕਰਨ। ਪਰ ਹੋਇਆ ਕਿ ਆਜ਼ਾਦੀ ਦੇ ਪਰਵਾਨਿਆਂ ਨੇ ਆਪਣੀਆਂ ਸਾਰੀਆਂ ਸ਼ਹਾਦਤਾਂ ਦੇ ਦਿੱਤੀਆਂ, ਵੱਡੀ ਕੁਰਬਾਨੀਆਂ ਦੇ ਦਿੱਤੀਆਂ, ਪਰ ਜਿਹੜੀ ਉਹ ਝੂਠੀ ਆਜ਼ਾਦੀ ਸਾਨੂੰ ਮਿਲੀ ਤਾਂ ਸ਼ਾਇਦ ਕਿਤੇ ਨਾ ਕਿਤੇ ਸਾਡੇ ਉਹ ਮਹਾਨ ਰੂਹਾਂ ਵੀ ਪਛਤਾਉਂਦੀਆਂ ਹੋਣਗੀਆਂ ਵੀ ਇਹੋ ਜਿਹੀ ਆਜ਼ਾਦੀ ਦੀ ਖਾਤਰ ਅਸੀਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸੀ। ਉਸ ਸਮੇਂ ਦੀ ਇੱਕ ਉਰਦੂ ਦੇ ਮਹਾਨ ਸ਼ਾਇਰ ਹੋਇਆ ਡਾਕਟਰ ਮੁਹੰਮਦ ਇਕਬਾਲ। ਕਹਿੰਦੇ ਡਾਕਟਰ ਮੁਹੰਮਦ ਇਕਬਾਲ ਨੇ ਬਹੁਤ ਸਮਾਂ ਪਹਿਲਾਂ ਆਜ਼ਾਦੀ ਨੂੰ ਲੈ ਕੇ ਕਹਿੰਦੇ ਕਵਿਤਾ ਲਿਖੀ ਸੀ। ਕਵਿਤਾ ਉਹ ਇਹ ਸੀ ਵੀ ਉਹ ਕਵਿਤਾ ਇੰਨੀ ਮਕਬੂਲ ਹੋ ਗਈ, ਹਰ ਬੱਚੀ ਦੇ ਜ਼ੁਬਾਨ ਤੇ ਚੜ੍ਹ ਗਈ ਸੀ। ਉਹ ਕਵਿਤਾ ਦੇ ਬੋਲ ਸਨ ਕਿ ਸਾਰੇ ਜਹਾਂ ਸੇ अच्छा हिंदुस्तान हमारा, हम ढूंढते हैं इसकी ये गुलिस्तान हमारा। पर जब आज़ादी प्राप्त होगी, जब देखिया आज़ादी के बाद सब की मिलिया, किसी को कोई सरकारी नौकरी ना मिली, किसी को कोई रोजगार नहीं मिलिया, ना ही किसी मजदूर की हालत मतलब वधिया बनी, ना ही किसी मुलाजम की, ना ही लोगों के ਜਿਹੜੇ ਦੁੱਖਾਂ ਤਕਲੀਫਾਂ ਉਹਨਾਂ ਦਾ ਕੋਈ ਹੱਲ ਹੋਇਆ। ਸੋ ਉਹਨੇ ਬਹੁਤ ਸਮੇਂ ਬਾਅਦ ਫਿਰ ਇੱਕ ਨਜ਼ਮ ਲਿਖੀ ਸੀ ਜਿਹੜੀ ਕਿ ਉਸ ਸਮੇਂ ਦੀਆਂ ਸਾਰੀਆਂ ਸਥਿਤੀਆਂ ਨੂੰ ਪੇਸ਼ ਕਰਦੀ ਆ। ਉਸ ਕਵਿਤਾ ਦੇ ਬੋਲ ਸਨ ਮੁੱਦ ਤੇ ਬੀਤੀ ਰੰਜੋ ਗਮ ਸਹਿਤੇ ਹੋਏ, मुद्दते बीती रंजो गम सहते हुए, कहना शर्म सी आती है इस देश को अपना वतन सा कहते हुए। भी सचमुच ही सानू शर्म आउंदी आ हुण दसदियां नूं भी असीं इस देश दे वासी हां जिथे अध्यापकां नूं सड़कां ते रुलण लई मजबूर हो रहा है। क्योंकि मैं पहले भी बार बार यही कह रहा है, इस तो बेशर्मी की गल की हो सकती है भी जब कौम का निर्माता सड़कां ते रुल रहा होवे। दूसरे पासे स्मार्ट स्कूलों के नाम के उत्ते प्रचारिया जा रहा भी सिक्ख्या तंत्र या सिक्ख्या विभाग पहले नंबर पर आ गया, पर पहले नंबर पर ले जाने की खातर जिन्होंने मेहनत की है वो सड़कों पर रोल रहे हैं। ये किहो जिहे स्मार्ट स्कूल आ या किहो जिहा है सिक्ख्या तंत्र आ जिहड़े पढ़ाउण वालियां दी दुर्दशा गी ते दूसरियां नूं मतलब पहले नंबर पर जिन्हां सन्मान किए जा रहे हैं। इत्थों का अधिकारी सिक्ख्या सकत्तर जिहड़ा खुद भी कमाल करदा ते सिक्ख्या मंत्री भी मनदा ये गल भी ये कच्चे अध्यापकों के जिहड़े रिजल्ट आ वो बहुत वधिया गए पिछले लंबे समय तो लैके, क्योंकि सिक्ख्या विभाग खुद ही कमाल करता है, इस गल नूं मनदा भी तुहाडे रिजल्ट बड़े अच्छे आ। पर जे रिजल्ट तां लैण नूं तां कच्चे मुलाजम दिस जाते हैं, पर जब किसी सहूलत की गल आउंदी आ तां इन्हां नूं कोई सहूलत नहीं दित्ती जाती। खास तौर पर एक गल जिहड़ी होर तुहाडे नाल करनी चाहना भी 1/4/12 नूं इन्हां ने मन्निया सी भी तुहानूं SS दे अंडर कर दांगे। आपां सारे ही अध्यापक कच्चे मुलाजम आ, चाहे EGS आ, SGR आ, सिक्ख्या प्रोवाइडर आ, EIB आ, जिन्ने भी आपां इस मंच ते इकट्ठे आ उन्हां दे नाल वादा कीता सीगा ते ਵੱਖ-ਵੱਖ TV चैनलों तो उस समय इन्होंने प्रचार किया अकाली भाजपा सरकार वेले ਜਦੋਂ मौजूदा सिक्ख्या मंत्री सरदार सेवा सिंह सेखवा सन बटाला विखे उन्होंने धरने ते ऐलान किया भी 1/4/12 ਨੂੰ ਤੁਹਾਨੂੰ SS ਦਾ फुल ग्रेड दे देंगे। एक पासे तो साढ़े ते सारे रूल एंड रेगूलेशन जितने आ गए वो तुहाडे ते SS वाले लागू किए जा रहे हैं, पर ਜਿਹੜਾ मेन रूल लागू करना सी SS वाला पे ग्रेड वाला ਉਹਦਾ ਵੱਲ ਕਿਸੇ ਦਾ ਕੋਈ ਧਿਆਨ नहीं गा। जे साढ़े ते दूजे रूल लागू किए आ तो SS वाला ਜਿਹੜਾ पे ग्रेड आ वो भी लागू करो ਤਾਂ ਜੋ ਅਸੀਂ ਆਪਣੀ ਜਿਹੜਾ ਗੁਜ਼ਾਰਾ ਤਾਂ ਚੰਗੀ ਤਰ੍ਹਾਂ ਕਰ ਲਈਏ। ਹੁਣ 5-7 ਹਜ਼ਾਰ ਜਾਂ 10 ਹਜ਼ਾਰ ਰੁਪਏ ਦੇ ਨਾਲ ਸਾਨੂੰ ਪਤਾ ਵੀ ਆਪਾਂ ਆਪਣੇ ਪਰਿਵਾਰ किस तरह पालते हैं या किस तरह आप निर्वाह करते हैं। साढ़े इस आर्थिक शोषण का शिकार हो के साढ़े बहुत सारे साथी है जोड़े वो कोई स्प्रे पी के कोई फाहा लैके कोई किमें बहुत सारे इस सुपुर्दे खाक हो गए। पर इतों दी सरकारों को फिर कोई शर्म नहीं आई।
ਇਹ ਹਜੇ ਵੀ ਉਦਾਂ ਹੀ ਤੁਹਾਡਾ ਸ਼ੋਸ਼ਣ ਕਰਨਾ ਚਾਹੁੰਦੀਆਂ ਨੇ। ਸੋ ਸਾਥੀਓ, ਮੈਂ ਤਾਂ ਇਹੀ ਕਹੂੰਗਾ, ਬੇਸ਼ੱਕ ਇਹ ਸਰਕਾਰਾਂ ਸਾਡਾ ਹੋਰ ਜ਼ੋਰ ਪਰਖਣਾ ਚਾਹੁੰਦੀਆਂ, ਸਾਨੂੰ ਹੋਰ ਸਾਡਾ ਮਤਲਬ ਸ਼ੋਸ਼ਣ ਰੱਜ ਕੇ ਕਰਨਾ ਚਾਹੁੰਦੀਆਂ, ਇਹ ਚਾਹੁੰਦੀਆਂ ਵੀ ਇਸੇ ਤਰ੍ਹਾਂ ਹੀ ਚਿੱਤਰ ਨਾ ਕੀ ਕੁੱਟੀ ਚੱਲੋ, ਇਹ ਵਧੀਆ ਕੰਮ ਦੇਈ ਜਾਂਦੇ ਆ ਤੇ ਸਾਡਾ ਜਿਹੜਾ ਕੰਮ ਆ ਉਹ ਆਪਣੇ ਆਪ ਹੀ ਚੱਲੀ ਜਾਓ। ਪਰ ਹੁਣ ਅਸੀਂ ਬਹੁਤ ਸਹਿ ਲਿਆ ਕੰਮ, ਬਹੁਤ ਆਪਣਾ ਸ਼ੋਸ਼ਣ ਕਰਵਾ ਲਿਆ। ਹੁਣ ਅਸੀਂ ਸਾਥੀਓ ਆਰ ਜਾਂ ਪਾਰ ਦਾ ਜਿਹੜਾ ਇਹ ਸੰਘਰਸ਼ ਪੱਕਾ ਮੋਰਚਾ ਲੱਗਿਆ ਹੋਇਆ, ਇਹਦੇ ਵਿੱਚ ਆਪਾਂ ਕਦੇ ਵੀ ਪਿੱਛੇ ਨਹੀਂ ਹਟਣਾ। ਤੇ ਬਾਕੀ ਵਿਸ਼ਵਾਸ ਦੀ ਗੱਲ, ਕਿਉਂਕਿ ਜਿੰਨੇ ਵੀ ਆਗੂ ਸਾਹਿਬਾਨ ਇਸ ਮੰਚ ਤੇ ਇਸ ਪਲੇਟਫਾਰਮ ਤੇ ਇਕੱਠੇ ਹੋਏ ਆ, ਸਾਰਿਆਂ ਦਾ ਬਹੁਤ ਹੀ ਲੰਮਾ ਤਜਰਬਾ ਗਾ। ਸਾਰਿਆਂ ਨੇ ਇਹ ਸਰਕਾਰ ਦੇ ਨਾਲ ਰਾਬਤੇ ਕਾਇਮ ਕਰਕੇ ਇਹਨਾਂ ਦੀਆਂ ਦੋਗਲੀਆਂ ਨੀਤੀਆਂ ਨੂੰ ਚੰਗੀ ਤਰ੍ਹਾਂ ਜਾਣਿਆ ਹੋਇਆ ਹੈਗਾ। ਪਰ ਹੁਣ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਆ ਤੇ ਬਾਹਰਲੇ ਬਹੁਤ ਸਾਰਾ ਭੜਕਾਊ ਕਹਿ ਲਈਏ ਜਾਂ ਵਹਿਮ ਪਾਲੂ ਇਹੋ ਜਿਹੇ ਮੈਸੇਜ, ਐਸੀਆਂ ਆਡੀਓ ਬਹੁਤ ਕੁਝ ਆ ਰਿਹਾ ਹੈਗਾ। ਪਰ ਜਿੰਨਾ ਚਿਰ ਸਾਨੂੰ ਆਪਣੇ ਆਗੂ ਸਾਹਿਬਾਨਾਂ ਤੇ ਵਿਸ਼ਵਾਸ ਰਹੂ, ਵਿਸ਼ਵਾਸ ਰੱਖਾਂਗੇ ਤੇ ਰੱਖਣਾ ਪੈਣਾ, ਤਾਂ ਹੀ ਅਸੀਂ ਜਿੱਤ ਵੱਲ ਵਧਾਂਗੇ। ਅਦਰਵਾਈਜ਼ ਅਸੀਂ ਆਗੂਆਂ ਦੇ ਉੱਤੇ ਵੀ ਕੋਈ ਨਾ ਕੋਈ ਇੱਧਰ ਉੱਧਰ ਗੱਲਾਂ ਸੁਣ ਕੇ ਵੀ ਐਂ ਹੋ ਗਿਆ, ਉਹਨਾਂ ਦਾ ਹੱਲ ਨਹੀਂ ਹੋਇਆ, ਇਹਨਾਂ ਦਾ ਨਹੀਂ ਹੋਇਆ। ਹੱਲ ਦੇਖੋ ਸਾਥੀਓ, ਜਦ ਹੋਣਾ ਸਾਰੇ ਟੀਚਰਾਂ ਦਾ ਇਕੱਠਾ ਹੀ ਹੋਣਾ ਗਾ, ਕੋਈ ਇਹ ਨਹੀਂ ਗਾ, ਕਿਉਂਕਿ ਇਹਨਾਂ ਨੇ ਜਦ ਜੇ ਹੱਲ ਇਕੱਠਿਆਂ ਦਾ ਨਹੀਂ ਕਰਨਾ ਸੀ ਤਾਂ ਅੱਜ ਤੱਕ ਕਰ ਨਹੀਂ ਦੇ। ਸੋ ਇਸ ਕਰਕੇ ਕਿਸੇ ਨੇ ਕੋਈ ਇਹ ਭਰਮ ਪਾਲੀ ਬੈਠਾ ਵੀ ਮੈਂ ਤਾਂ ਟੈਟ ਕਲੀਅਰ ਆਂਗਾ, ਕੋਈ ਇਹ ਭਰਮ ਪਾਲੀ ਬੈਠਾ ਮੈਂ 3800 ਵਾਲਾ ਸੀ, ਕੋਈ ਇਹ ਭਰਮ ਪਾਲੀ ਬੈਠਾ ਮੇਰੇ ਕੋਲੇ MA ਦਾ, ਕੋਈ ਇਸ ਤਰ੍ਹਾਂ ਦਾ ਇਹ ਭਰਮ ਪਾਲੀ ਬੈਠਾ ਸੀਗਾ ਵੀ ਮੈਂ ਤਾਂ ਮੇਰੇ ਕੋਲ ਤਾਂ ਬਹੁਤ ਸਾਰੀਆਂ ਡਿਗਰੀਆਂ। ਪਰ ਇਹਨਾਂ ਨੇ ਆਪਣੀਆਂ ਸਾਰੀਆਂ ਡਿਗਰੀਆਂ ਮਿੱਟੀ 'ਚ ਮਿਲਾ ਕੇ ਰੱਖਤੀਆਂ ਜਦ ਉਹਨਾਂ ਡਿਗਰੀਆਂ ਦਾ ਕੋਈ ਸਾਨੂੰ ਮੁੱਲ ਨਹੀਂ ਦਿੱਤਾ। ਸੋ ਇਸ ਕਰਕੇ ਇਹ ਭਰਮ ਮਨ ਦੇ ਵਿੱਚੋਂ ਕੱਢ ਦਿਓ। ਸੋ ਸਰਕਾਰ ਨੂੰ ਆਪਾਂ ਇੰਨਾ ਮਜਬੂਰ ਕਰ ਦਿਆਂਗੇ, ਕਿਉਂਕਿ ਜਾਂ ਤਾਂ ਇਹਨਾਂ ਨੂੰ ਆਪਣੇ ਮਸਲੇ ਦਾ ਹੱਲ ਕਰਨਾ ਪਊ, ਜਾਂ ਕਿਉਂਕਿ ਇਹਨਾਂ ਨੇ ਵੋਟਾਂ ਮੰਗਣ ਲਈ ਸਾਡੇ ਘਰਾਂ ਦੇ ਵਿੱਚ, ਸਾਡੇ ਮੁਹੱਲਿਆਂ ਦੇ ਵਿੱਚ, ਸਾਡੇ ਜ਼ਿਲ੍ਹਿਆਂ ਦੇ ਵਿੱਚ ਆਉਣਗੇ ਤੇ ਆਪਾਂ ਇਸੇ ਤਰ੍ਹਾਂ ਹੀ ਉੱਥੇ ਇਹਨਾਂ ਨੂੰ ਘੇਰਾਂਗੇ ਤਾਂ ਜੋ ਅਸੀਂ ਇਹ ਵਾਅਦਾ ਯਾਦ ਕਰਵਾਵਾਂਗੇ ਵੀ ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਤੇ ਇਸ ਨੂੰ ਲਾਜ਼ਮੀ ਤੌਰ ਤੇ ਹੁਣੇ ਤੁਰੰਤ ਪੂਰਾ ਕਰੋ। ਅਦਰਵਾਈਜ਼ ਤੁਸੀਂ ਅਗਲੇ ਵਾਰ ਜਿਹੜੇ ਸੁਪਨੇ ਦੇਖ ਰਹੇ ਹੋ ਸਤਾ ਹਾਸਲ ਕਰਨ ਦੇ, ਉਹਨਾਂ ਨੂੰ ਮਨ ਦੇ ਵਿੱਚੋਂ ਵਹਿਮ ਕੱਢ ਦਿਓ, ਕਿਉਂਕਿ ਇਹ ਕੱਚੇ ਮੁਲਾਜ਼ਮ ਜਾਂ ਅਧਿਆਪਕ ਇੱਕ ਅਜਿਹਾ ਬੁੱਧੀਜੀਵੀ ਵਰਗ ਹੁੰਦਾ ਗਾ ਜਿਹਦੇ ਕਾਰਨ ਇੱਥੋਂ ਦੀਆਂ ਸਰਕਾਰਾਂ ਦੇ ਜਿਹੜੇ ਪਲਟੇ ਮੁੱਦੇ ਹੋ ਜਾਂਦੇ ਹੈਗੇ। ਸੋ ਅਸੀਂ ਜਾਣਦੇ ਹੈਗੇ, ਕਿਉਂਕਿ ਕੋਈ ਵੀ ਇਤਿਹਾਸ ਤੱਕ ਨੂੰ ਪਿਛਲਾ ਬੋਲ ਲਓ, ਚਾਹੇ ਮਲੂਕਾ ਹੋਣ, ਚਾਹੇ ਆਪਣੇ ਦੂਜੇ ਦਲਜੀਤ ਸਿੰਘ ਚੀਮਾ ਵਰਗੇ ਹੋਣ, ਜਾਂ ਜਿੰਨੇ ਵੀ ਮਤਲਬ ਇੱਥੇ ਸਿੱਖਿਆ ਮੰਤਰੀ ਰਹੇ ਆ, ਤੇ ਸਾਰਿਆਂ ਨੂੰ ਮੂੰਹ ਦੀ ਖਾਣੀ ਪਈ ਆ ਜਿਹੜਾ ਅਧਿਆਪਕਾਂ ਦੇ ਨਾਲ ਕਿਹਾ, ਜਿਵੇਂ ਕਹਿੰਦੇ ਉਹਦਾ ਕੱਖ ਨਹੀਂ ਰਿਹਾ। ਸੋ ਅਸੀਂ ਵਿਸ਼ਵਾਸ ਕੀਤਾ ਸੀ ਵੀ ਮਾਲਵੇ ਦੇ ਵਿੱਚੋਂ ਸ਼ਾਇਦ ਵਿਜੇਂਦਰ ਸਿੰਗਲਾ ਜੀ ਜਦ ਇਹ ਨਵੇਂ ਜੁਆਇਨ ਕੀਤੇ ਸੀ, ਬੜੀਆਂ ਇਹ ਡੀਂਗਾ ਮਾਰਿਆ ਸੀ ਸਾਰੇ ਮਸਲੇ ਅਸੀਂ ਨਿਬੇੜ ਦੇਵਾਂਗੇ। ਪਰ ਹੋਇਆ ਕਿ ਸਾਥੀਓ, ਅਜੇ ਤੱਕ ਕਿਸੇ ਦਾ ਕੋਈ ਮਸਲਾ ਨਹੀਂ ਨਿਬੇੜਿਆ, ਉਹੀ ਮਿੱਠੀਆਂ ਗੋਲੀਆਂ ਇਹ ਦੇਣ ਲੱਗ ਗਿਆ। ਸੋ ਇਸ ਕਰਕੇ ਇਹ ਵੀ ਕਿਤੇ ਨਾ ਕਿਤੇ ਭਰਮ ਪਾਲਿਆ ਹੋਵੇ। ਸ਼ਾਇਦ ਮੈਂ ਆਉਣ ਵਾਲੇ 10 ਸਾਲਾਂ ਦੇ ਵਿੱਚ 5 ਸਾਲ ਜਿਹੜੇ ਹੈਗੇ ਅਸੀਂ ਹੋਰ ਰਾਜ ਕਰਾਂਗੇ, ਉਹਦੇ ਵਿੱਚ ਮੈਂ ਫਿਰ ਇਸ ਤਰ੍ਹਾਂ ਲੋਕਾਂ ਨੂੰ ਬਿੱਧੂ ਬਣਾ ਲੂੰਗਾ। ਪਰ ਹੁਣ ਇਹਨਾਂ ਨੂੰ ਭਲੀ ਭਾਂਤ ਸਾਨੂੰ ਸਮਝ ਲੈਣਾ ਚਾਹੀਦਾ ਵੀ ਬਹੁਤ ਤਸ਼ੱਦਦ ਕਰ ਲਿਆ, ਬਹੁਤ ਸਾਡਾ ਸ਼ੋਸ਼ਣ ਕਰ ਲਿਆ ਵੀ ਹੁਣ ਤਾਂ ਸਿਰਫ ਕੋਈ ਮੀਟਿੰਗ ਵੀ ਤਾਂ ਕਰਨ ਸਮੇਂ ਸਾਡਾ ਪਹਿਲੀ ਜਿਹੜੀ ਹੁਣ ਮੀਟਿੰਗ ਆ, ਪਹਿਲੀ ਮੀਟਿੰਗ ਤਾਂ ਹੁਣ ਗਈ ਆ, ਹੁਣ ਤਾਂ ਆਖਰੀ ਮੀਟਿੰਗ ਜਿਹੜੇ ਆਉਣ ਵਾਲੀ ਆ ਵੀ ਪਹਿਲੀ ਸਾਡਾ ਹੱਲ ਨਹੀਂ ਕੀਤਾ ਤਾਂ ਆਖਰੀ ਮੀਟਿੰਗ ਦੇ ਵਿੱਚ ਤਾਂ ਸਮੁੱਚੇ ਕੱਚੇ ਅਧਿਆਪਕਾਂ ਦਾ ਹੱਲ ਹਰ ਹਾਲਤ ਦੇ ਵਿੱਚ ਕਰਨਾ ਪੈਣਾਗਾ। ਨਹੀਂ ਇਹਨਾਂ ਨੂੰ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਗਾ। ਸੋ ਸਾਥੀਓ, ਮੈਂ ਲਾਸਟ ਦੇ ਵਿੱਚ ਫਿਰ ਕਹਿਣਾਗਾ ਵੀ ਸਾਨੂੰ ਲੋੜ ਹੈ ਇਸ ਟਾਈਮ ਸੰਘਰਸ਼ ਦੇ ਵਿੱਚ ਜੁਟਣ ਦੀ, ਹੌਸਲਿਆਂ ਨੂੰ ਬਰਕਰਾਰ ਰੱਖਣ ਦੀ। ਆਪਣੇ ਜਿਹੜੇ ਨਹੀਂ ਸਾਥੀ ਸ਼ਮੂਲੀਅਤ ਕਰ ਰਹੇ ਅਜੇ ਵੀ, ਉਹ ਤਾਂ ਵੈਸੇ ਕੁਝ ਹੈ ਹੀ ਨਹੀਂਗਾ, ਤਾਂ ਉਹਨਾਂ ਨੂੰ ਇੱਥੇ ਲੈ ਕੇ ਆਉਣ ਦੀ, ਕਿਉਂਕਿ ਜਦ ਪਹਿਲਾਂ ਮੁਹਾਲੀ ਦੇ ਵਿੱਚ ਐਕਸ਼ਨ ਕੀਤਾ ਸੀ ਉਹਦੇ 8-10 ਹਜ਼ਾਰ ਬੰਦਾ ਸੀ, ਉਦੋਂ ਅਗਲਾ ਐਕਸ਼ਨ ਕੀਤਾ ਤਾਂ 10-11 ਹੋ ਗਿਆ। ਸ਼ਾਇਦ ਜੇ ਅਜੇ ਵੀ ਨਹੀਂ ਮੰਨੇ ਤੇ ਆਉਣ ਵਾਲੇ ਸਮੇਂ ਦਾ ਸਾਡਾ ਟਾਰਗੇਟ ਜਿਆਦਾ ਫੋਕਸ ਇਹ ਹੋਣਾ ਚਾਹੀਦਾ ਵੀ ਅਸੀਂ 15,000 ਦਾ ਇਕੱਠ ਕਰਕੇ ਇੱਥੇ ਮੁਹਾਲੀ ਦੀਆਂ ਸੜਕਾਂ ਤੇ ਫੇਰ ਕਰ ਜਾਾਂਗੇ। ਫੇਰ ਇਹਨਾਂ ਨੂੰ ਪਤਾ ਲੱਗੂਗਾ ਵੀ ਇਹ ਲੋਕ ਲਹਿਰ ਬਣ ਚੁੱਕੀ ਆ, ਵੀ ਸਾਡਾ ਇਹ ਅਧਿਆਪਕ ਕੱਚੇ ਅਧਿਆਪਕ ਖਾਸ ਤੌਰ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸਾਡਾ ਸੜਕਾਂ ਤੇ ਨਿਕਲਣਾ ਬੰਦ ਕਰ ਦੇਣਗੇ। ਤੇ ਸੱਚਮੁੱਚ ਅਸੀਂ ਬੰਦ ਨਹੀਂ ਕਰਾਂਗੇ, ਕਿਉਂਕਿ ਸਮਾਜ ਦੇ ਵਿੱਚ ਸਾਡਾ ਜਿਹੜਾ ਰੁਤਬਾ ਇਹਨਾਂ ਨੇ ਟੀਚਰ ਵਾਲਾ ਦਿੰਦੇ ਹੈਗੇ, ਪਰ ਇਹ ਸਾਨੂੰ ਟੀਚਰ ਸਮਝਦੇ ਹੈਗੇ।
ਟੀਚਰ ਤੇ ਟੀਚਰ ਦੇ ਵਿੱਚ ਬੜਾ ਫਰਕ ਆ। ਸੋ ਸਾਨੂੰ ਤੱਕ ਇਹਨਾਂ ਨੇ ਟੀਚਰ ਦੀ ਤੌਰ ਤੇ ਰੱਖਿਆ ਹੋਇਆਗਾ, ਇਹਨੂੰ ਆਪਾਂ ਅਸਲੀ ਜਾਮਾ ਪਹਿਨਾਉਣਾਗਾ। ਖਾਸ ਤੌਰ ਤੇ ਅਸੀਂ ਆਪਣੇ ਜਿਹੜੇ ਰੈਗੂਲਰ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਵਾਵਾਂਗੇ ਤੇ ਉਹ ਤਾਂ ਹੋਊਗਾ ਇਸ ਤਰ੍ਹਾਂ ਤੁਸੀਂ ਮੈਦਾਨ ਦੇ ਵਿੱਚ ਡਟੇ ਰਹੋਗੇ। ਸੋ ਇੱਕ ਵਾਰ ਮੈਂ ਫਿਰ ਬੇਨਤੀ ਕਰਦਾ ਵੀ ਆਪਣੇ ਭੈਣ ਭਰਾਵਾਂ ਨੂੰ ਸਕੂਲਾਂ ਦਾ ਕਹਿਣਾ ਛੱਡਦੇ ਹੋਏ ਸਿਰਫ ਹੁਣ ਸੰਘਰਸ਼ ਤੇ ਟੇਕ ਰੱਖਣੀ ਚਾਹੀਦੀ ਆ। ਪਰ ਇਹ ਨਾ ਸੋਚੋ ਵੀ ਆਉਣ ਵਾਲੀ ਮੀਟਿੰਗ ਦੇ ਵਿੱਚ ਸ਼ਾਇਦ ਉਹਦੇ ਕਈ ਸਾਥੀ ਪਰ ਸਵਾਲ ਲੈਂਦੇ ਵੀ ਉੱਥੇ ਤਾਂ ਕੰਮ ਸਾਡਾ ਮਸਲੇ ਦਾ ਹੱਲ ਹੋ ਹੀ ਜਾਣਾਗਾ, ਉਹਦੇ ਨੋਟੀਫਿਕੇਸ਼ਨ ਜਾਰੀ ਹੋ ਹੀ ਜਾਊਗਾ। ਹੋ ਸਕਦਾ ਹੈ ਲੜਾਈ ਥੋੜੇ ਜਿਹਾ ਹਲੇ ਹੋਰ ਜ਼ੋਰ ਪਰਖਣ, ਪਰ ਫਿਰ ਵੀ ਪੋਜ਼ਿਟਿਵਿਟੀ ਲੈ ਕੇ ਮੈਦਾਨ ਦੇ ਵਿੱਚ ਡਟਣਾਗਾ। ਜੇਕਰ ਉਹਦੇ ਵੀ ਮਸਲਾ ਨਹੀਂ ਹੱਲ ਹੁੰਦਾ, ਮੈਂ ਪਹਿਲੀ ਕਹਿੰਦਾ 10-15 ਹਜ਼ਾਰ ਦੀ ਇਕੱਠ ਦੇ ਨਾਲ ਇਕੱਤਰ ਹੋਵੋ ਤੇ ਜਦ ਤੱਕ ਇਹ ਸਾਡੇ ਤੇ ਤਸ਼ੱਦਦ ਤਿੱਖਾ ਕਰਨਗੇ ਅਸੀਂ ਸੰਘਰਸ਼ ਵੀ ਤੇ ਸਾਡੀ ਗੈਦਰਿੰਗ ਉਦੋਂ ਜ਼ਿਆਦਾ ਵੱਡੀ ਕਰਾਂਗੇ। ਕਿਉਂਕਿ ਇਹ ਭੁੱਲ ਜਾਂਦੇ ਆ ਵੀ ਇੱਥੋਂ ਤਾਂ ਮੀਰ ਮੰਨੂ ਵਰਗੇ ਮੁਗਲ ਆਏ ਜਿਨ੍ਹਾਂ ਨੇ ਮੂੰਹ ਦੀ ਖਾਧੀ ਆ ਹਮੇਸ਼ਾ ਦੀ ਤਰ੍ਹਾਂ, ਤੇ ਇਹ ਅੱਜ ਦੇ ਮੀਰ ਮੰਨੂ ਬਣੇ ਹੋਏ ਹੈਗੇ। ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਸਾਨੂੰ ਵੱਢਦਾ ਤੇ ਅਸੀਂ ਦੂਣ ਸਵਾਏ ਹੋਏ। ਸੱਚਮੁੱਚ ਜਿੰਨੇ ਸਾਡੇ ਤਸ਼ੱਦਦ ਕਰਨਗੇ ਅਸੀਂ ਤਾਂ ਹੋਰ ਦੂਣੇ ਚੌਣੇ ਹੋ ਕੇ ਸੰਘਰਸ਼ ਦੇ ਮੈਦਾਨ ਦੇ ਵਿੱਚ ਡਟਾਂਗੇ ਤੇ ਆਪਣੇ ਹੱਕ ਸੱਚ ਜਦ ਤੱਕ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ ਉਹਦੇ ਲਈ ਲੜਦੇ ਰਹਾਂਗੇ। ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੀ ਜਗ੍ਹਾ ਲੈਣਾ ਤੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਹੌਸਲੇ ਬਣਾ ਕੇ ਰੱਖਿਓ ਤੇ ਜਿੱਤ ਅੱਜ ਨਹੀਂ ਕੱਲ ਨਹੀਂ ਪਰਸੋਂ ਤੁਹਾਡੇ ਕਦਮਾਂ ਵਿੱਚ ਲਾਜ਼ਮੀ ਤੌਰ ਤੇ ਹੋਗੀ। ਕਈ ਸਾਥੀ ਕਹਿ ਲੈਂਦੇ ਆ ਵੀ 15-20 ਸਾਲ ਹੋ ਗਏ, ਤੁਸੀਂ ਤਾਂ ਹਰ ਵਾਰੀ ਐ ਕਹਿ ਦਿੰਦੇ ਵੀ ਜਿੱਤ ਕਦਮਾਂ ਚ ਕਦੋਂ ਕਦਮਾਂ ਦੇ ਵਿੱਚ ਆਵੇਗੀ। ਪਰ ਸੱਚੀ ਕਹਿੰਦੇ ਸਾਥੀਓ ਹੁਣ ਆਰ ਜਾਂ ਪਾਰ ਦੀ ਆ। ਹੁਣ ਤੁਸੀਂ ਕੱਲੇ ਨੇ ਨੱਪ ਲਿਆ, ਤੁਹਾਡੇ ਜਜ਼ਬੇ ਤੁਹਾਡੇ ਹੌਸਲੇ, ਕਿਉਂਕਿ ਦੇਖਿਆਗਾ ਭੱਜ ਕੇ ਤੁਸੀਂ ਜਦ ਉਹਦੇ ਸੰਘਰਸ਼ ਸੀਗਾ ਤੇ ਲੋਕਾਂ ਨੂੰ ਰੋਕਣ ਦੇ ਬਾਵਜੂਦ ਵੀ ਮੂਹਰੇ ਨੂੰ ਮੌਕਾ ਦੇਣ ਦੇ ਬਾਵਜੂਦ ਵੀ ਤੁਸੀਂ ਪੱਟ ਕੇ ਸਿਰਤੇ ਸੀ ਸਾਰੇ ਬੈਰੀਗਰ। ਇਹਨਾਂ ਨੇ ਬਥੇਰੀਆਂ ਜਲ ਤੋਪਾਂ ਦੀਆਂ ਵਿਛਾੜਾਂ ਕੀਤੀਆਂ ਤੇ ਅੱਥਰੂ ਗੈਸ ਦੇ ਗੋਲੇ ਤੁਹਾਡੇ ਤੇ ਦਾਗੇ, ਗਾਲੀ ਗਲੋਚ ਕੀਤਾ, ਕੱਪੜੇ ਪਾੜੇ, ਹਲੇ ਪਤਾ ਨਹੀਂ ਕਿੰਨਾ ਕੁਝ ਹੋਰ ਤੁਹਾਡੇ ਨਾਲ ਕਰਨਗੇ ਇਹ। ਪਰ ਸਾਡੇ ਯੋਧੇ ਹਮੇਸ਼ਾ ਸੰਘਰਸ਼ ਦੇ ਮੈਦਾਨ ਦੇ ਵਿੱਚ ਡਟੇ ਰਹੇ ਆ ਤੇ ਡਟੇ ਰਹਿ ਤੇ ਆਪਣੇ ਹੱਕ ਪ੍ਰਾਪਤ ਕਰਕੇ ਹਟਾਂਗੇ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਆਪਣੀ ਜਗ੍ਹਾ ਲੈਣਾਗਾ। ਜੈ ਜਨਤਾ, ਜੈ ਸੰਘਰਸ਼, ਜਿੱਤ ਇਮਾਨਦਾਰੀ ਨਾਲ ਲੜਦੇ ਲੋਕਾਂ ਦੀ। ਧੰਨਵਾਦ ਜੀ। ਉਹਨਾਂ ਨੂੰ ਲੱਗਦਾ ਕਿ ਸਾਡਾ ਅਧਿਕਾਰ ਜਾਰੀ ਕਰਦਾ ਹੈ ਕਿ ਪ੍ਰੀ ਪ੍ਰਾਇਮਰੀ ਦੀਆਂ ਪੋਸਟਾਂ ਇਹਨਾਂ ਵੋਲੰਟੀਅਰਸ ਮਤਲਬ ਪ੍ਰੀ ਪ੍ਰਾਇਮਰੀ ਦੇ ਬੱਚੇ ਇਹਨਾਂ ਨੂੰ ਦਿੱਤੇ ਜਾਂਦੇ ਨੇ। ਵਿਭਾਗ ਲੈਟਰ ਜਾਰੀ ਕਰਦਾ, ਇਹੀ ਸਕੱਤਰ ਕ੍ਰਿਸ਼ਨ ਕੁਮਾਰ ਜੀ ਲੈਟਰ ਜਾਰੀ ਕਰ ਰਹੇ ਹੈਗੇ ਨੇ ਕਿ ਇਹਨਾਂ ਨੂੰ ਦਿੱਤੇ ਜਾਣ। ਦੂਜੇ ਪਾਸੇ ਜੇ ਈ ਪੰਜਾਬ ਤੇ ਜਿਹੜਾ ਸਾਡਾ ਡਾਟਾ ਸ਼ੋ ਹੋ ਰਿਹਾ ਉਹ ਨੌਨ ਟੀਚਿੰਗ ਸਟਾਫ ਦੇ ਸ਼ੋ ਹੋ ਰਿਹਾ। ਫਿਰ ਪ੍ਰੀ ਪ੍ਰਾਇਮਰੀ ਨੂੰ ਕੌਣ ਪੜ੍ਹਾ ਰਿਹਾ? ਕਦੇ ਕਿਸੇ ਨੇ ਸਵਾਲ ਨਹੀਂ ਪੁੱਛਿਆ ਕਿ ਪ੍ਰੀ ਪ੍ਰਾਇਮਰੀ ਨੂੰ ਕੌਣ ਪੜ੍ਹਾ ਰਿਹਾ। ਜਿਹਦੇ ਸਿਰ ਤੇ ਤੁਸੀਂ ਕਹਿ ਰਹੇ ਹੋ ਕਿ ਸਾਡਾ ਸੂਬਾ 1 ਨੰਬਰ ਤੇ ਆ ਗਿਆ, ਉਹਨੂੰ ਪੜ੍ਹਾ ਕੌਣ ਰਿਹਾ? ਠੀਕ ਹੈ ਨਾ, ਤੁਸੀਂ ਸਾਡੇ ਕੰਮ ਵੀ ਲੈ ਰਹੇ ਹੋ ਤੇ ਸਾਨੂੰ ਰੋਣ ਵੀ ਨਹੀਂ ਦੇ ਰਿਹਾ, ਹੱਕ ਵੀ ਨਹੀਂ ਮੰਗਣ ਦਿੰਦੇ। ਜਦੋਂ ਅਸੀਂ ਸਾਡੀ ਗੱਲ ਹੱਕ ਮੰਗਣ ਦੀ ਆਉਂਦੀ ਹੈ ਫਿਰ ਤੁਸੀਂ ਸਾਡੇ ਤੇ ਤਸ਼ੱਦਦ ਕਰਦੇ ਹੋ। ਔਰ ਉਹੋ ਜਿਹਾ ਤਸ਼ੱਦਦ ਜਿਹੜਾ ਮੇਰੇ ਖਿਆਲ ਕਦੇ ਕ੍ਰਿਮੀਨਲ ਨਾਲ ਨਹੀਂ ਕੀਤਾ ਜਾਂਦਾ। ਪਿਛਲੇ ਦਿਨੀ ਕਿੰਨਾ ਮਾੜਾ ਹਾਲ ਹੋਇਆ। ਮੈਂ ਕਹਿੰਦਾ ਘੋੜਿਆਂ ਦੇ ਨਾਲ ਜਿਹੜਾ ਸਾਰਾ ਮੁਗਲਾਂ ਨੇ ਵੀ ਕਰਿਆ ਸੀ, ਕਦੇ ਨਹੀਂ ਕਰਿਆ ਸੀ। ਘੋੜਿਆਂ ਨਾਲ ਘੇਰ ਕੇ ਮਾਰੇ ਅਸੀਂ ਇਹਨਾਂ ਨੂੰ ਕਹਿ ਰਹੇ ਸੀ ਅਸੀਂ ਕਿ ਜਿੰਨਾ ਜ਼ੋਰ ਤੁਸੀਂ ਸਾਡੇ ਤੇ ਲਾਇਆ, ਜਿਹੜਾ ਨਸ਼ਾ ਖਤਮ ਕਰਨ ਨੂੰ ਕਹਿੰਦਾ ਸੀ ਕੈਪਟਨ ਦੇ ਕਿਤੇ ਉੱਧਰ ਲਾਇਆ ਹੁੰਦਾ ਤੇ ਅੱਜ ਲੋਕ ਜਿਹੜੇ ਮਰ ਰਹੇ ਆ ਹਰ ਦੂਜੇ ਘਰ ਦੇ ਜਵਾਨੀਆਂ ਰੁਲ ਰਹੀਆਂ ਨੇ, ਮਾਂ ਪਿਓ ਬੁੱਢੇ ਰੋ ਰਹੇ ਆਪਣੇ ਪੁੱਤਾਂ ਨੂੰ ਬਚਾਉਣ ਲਈ, ਉਹ ਸ਼ਾਇਦ ਬਚਦੇ। ਐਜੂਕੇਸ਼ਨ ਦਾ ਬੁਰਾ ਹਾਲ, ਹੈਲਥ ਦਾ ਬੁਰਾ ਹਾਲ। ਹਾਲ ਜਿਹੜਾ ਰਾਜ ਸੀ ਨਾ, ਸਟੇਟ ਸੀ ਸਾਡਾ ਪੰਜਾਬ। ਕਿੱਡੇ ਬੜੇ ਕੱਪੜੇ ਕਰੀ ਜਾਂਦੇ ਆ ਬੱਚੇ ਨੂੰ, ਸ਼ਰਮ ਨਹੀਂ ਆਉਂਦੀ। ਸਾਡੇ ਟੀਕੇ ਹੀ ਵੇਚੀ ਜਾਂਦੇ, ਰੇਤਾ ਬਜਰੀ ਵੇਚੀ ਜਾਂਦੇ ਆ। ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਵੀ ਇਹੋ ਜਿਹੇ ਤਾਏ ਭਤੀਜੇ ਨੂੰ ਇਹਨਾਂ ਦਾ ਖਹਿੜਾ ਛੱਡ ਦਿਓ ਤੇ ਹੁਣ ਕੋਈ ਨਵੀਂ ਪਾਰਟੀ ਨੂੰ ਦੇਖੋ, ਇਹ ਬਹੁਤ ਵਧੀਆ ਹੋਊਗਾ ਵੀ ਹਰੇਕ ਇਹ ਲਾਲੀਪਾਪ ਦਿੰਦੇ ਆ ਨਾ ਆਉਣ ਨਾ ਦੋ ਇਹਨਾਂ ਨੂੰ ਕਿਤੇ ਤੁਸੀਂ ਸਰਕਾਰਾਂ ਦੇ ਕਿਉਂਕਿ ਤੁਸੀਂ ਦੇਖੋ ਵੀ ਤੁਸੀਂ 9 ਵਜੇ ਤੁਸੀਂ ਚਲੇ ਜਾਓ ਵੋਟਾਂ ਪਾਉਣ, ਤੁਹਾਡੇ ਤੋਂ 10 ਵਜੇ ਤੱਕ ਵੋਟ ਪਾਉਣਗੇ, 10 ਵਜੇ ਤੋਂ ਬਾਅਦ ਬੂਥ ਕੈਪਚਰਿੰਗ ਹੋ ਜਾਂਦੀ ਹੈ।
ਉਸ ਤੋਂ ਬਾਅਦ ਤਾਂ ਲੋਕ ਵੋਟ ਪਾ ਹੀ ਨਹੀਂ ਸਕਦੇ, ਫਿਰ ਇਹ ਜਿਹਨੂੰ ਮਰਜ਼ੀ ਪਾਈ ਜਾਣ। ਤੁਹਾਡੇ ਵਰਗੀਆਂ ਦੀਆਂ ਡਿਊਟੀਆਂ ਅੱਗੇ ਲਾ ਦਿੰਦੇ ਲੋਕਾਂ ਨੂੰ ਲੜਨ ਵੋਟਾਂ ਪਾਉਣ ਦੀਆਂ ਡਿਊਟੀਆਂ ਸਾਡੀਆਂ ਨੇ ਹੈ ਨਾ। ਉੱਥੇ ਸਕੂਲਾਂ ਦੇ ਵਿੱਚ ਜੇ ਕੋਈ ਆਇਆ ਹੋਈਆਂ ਟੀਮਾਂ ਨੇ ਉਹਨਾਂ ਦੀ ਦੇਖ ਰੇਖ ਦੇ ਡਿਊਟੀਆਂ ਸਾਡੀਆਂ। ਹਾਂਜੀ ਹਾਂ, ਫਿਰ ਬਿਲਕੁਲ ਵੈਕਸੀਨੇਸ਼ਨ ਤੇ ਹੈਗੀ ਹੈ। ਕਰੋਨਾ ਦੇ ਵਿੱਚ ਇੰਨਾ ਮਤਲਬ ਕਰੋਨਾ ਦਾ ਇੰਨਾ ਖਤਰਨਾਕ ਕਾਲ ਸੀਗਾ, ਉੱਥੇ ਜਾ ਕੇ ਅਸੀਂ ਡਿਊਟੀਆਂ ਕਰੀਆਂ ਔਰ 1% ਵੀ ਸਾਨੂੰ ਕੋਈ ਸੇਫਟੀ ਪੱਖੋਂ ਕੋਈ ਸਿਕਿਉਰਿਟੀ ਨਹੀਂ ਸੀ ਸਾਡੀ। ਨਾਲ ਤਾਂ ਕਿਤੇ ਉਹਦੇ ਉੱਤੇ ਬੈਠੇ ਹੋਊਗਾ ਨਹੀਂ ਕਦੇ ਉਹਨਾਂ ਨੂੰ ਕਰਵਾ ਲਓ ਨਾ ਆਪਣੇ ਬਿਜ਼ਨਸ ਆਪਣੇ ਬਿਜ਼ਨਸ ਪੂਰਾ ਤਿਆਰ ਕਰ ਰਹੇ ਆ, ਪੈਸੇ ਕਮਾ ਰਹੇ ਆ। ਇਲੈਕਸ਼ਨ ਦੇ ਟਾਈਮ ਵੀ ਅਸੀਂ ਉਹੀ ਪੈਸਾ ਪਬਲਿਕ ਨੂੰ ਲਾਲਚ ਦੇਵਾਂਗੇ ਵੀ ਸਾਡੇ ਕੋਲ ਫਿਰ ਸਾਡੇ ਨਾਲ ਆ ਜਾਣਗੇ। ਅਸੀਂ ਤਾਂ ਇਹ ਕਹਿੰਦੇ ਵੀ ਇਹੋ ਜਿਹੀਆਂ ਗਲਤੀਆਂ ਸਾਡੇ ਨਾਲ ਨਾ ਕਰਨ। 13,000 ਕੋਈ ਨਾ ਹੁਣ ਇਹਨਾਂ ਨੂੰ ਆਉਣ ਦੇ ਘਰਾਂ ਦੇ ਵਿੱਚ ਚੁੱਕਣ ਜਿਵੇਂ ਸਾਡੇ ਵਿਛਾੜਾਂ ਸੱਜੇ ਅਸੀਂ ਜੁੱਤੀਆਂ ਮਾਰਾਂਗੇ, ਅਸੀਂ ਪਾਣੀ ਦੀ ਬੰਨ ਵੱਧ ਮਾਰਾਂਗੇ। ਇਹਨਾਂ ਨੇ ਤਾਂ ਬਾਹਰ ਮੰਗਦੇ ਸੀ, ਅੰਦਰ ਬਿਠਾ ਕੇ ਮਾਰਾਂਗੇ। ਸਾਡੇ ਪੁੱਛਾਂਗੇ ਇਹਨਾਂ ਨੂੰ ਅੰਦਰ ਬਾਅਦ ਚ ਪੁੱਛਾਂਗੇ। ਸਭ ਆਪ ਮਿਲੇ ਸਾਡੀ ਪੂਰੀ ਸਪੋਰਟ ਆ ਜੀ ਤੁਹਾਨੂੰ। ਆਜ਼ਾਦ ਗਰੁੱਪ ਹੈ ਜੀ ਸਾਡਾ। ਸਾਰੇ ਐਮਸੀ ਉਹਨੂੰ ਥੋੜਾ ਜਲਦੀ ਜਾਣਾ ਪਿਆ ਹੈ। ਸਾਰਿਆਂ ਦਾ ਅਸੀਂ ਤੁਹਾਡਾ ਪੂਰਾ ਸਹਿਯੋਗ ਦੇਣਾ ਹੈਗਾ। ਜਦ ਤੱਕ ਸਾਨੂੰ ਤਾਂ ਬੜੀ ਤਕਲੀਫ ਹੈ। ਟੀਵੀ 'ਚ ਦੇਖਦੇ ਹੋ ਕਿ ਬੀਬੀਆਂ ਇੱਥੇ ਬੱਚਿਆਂ ਨੂੰ ਸਲਾਮੀਆਂ ਆਉਂਦੀਆਂ ਨਾ, ਮੈਂ ਕਿਹਾ ਹਾਏ ਵੀ ਬੱਚੇ ਵਿੱਚ ਨਾਲ ਉਹ ਉੱਪਰ ਚੜੇ ਬੈਠੇ ਨੇ ਵਿਚਾਰੇ ਮੁੰਡੇ, ਉੱਪਰ 3 ਮੁੰਡੇ ਉੱਪਰ ਨੇ 8ਵੀਂ ਮੰਜ਼ਿਲ ਤੇ ਉੱਪਰ ਬੈਠੇ ਨੇ ਧੁੱਪ 'ਚ 24 ਦਿਨ ਹੋ ਗਏ, 25 ਦਿਨ ਹੋ ਗਏ, ਅੱਜ 25 ਉੱਪਰ ਬੈਠੇ ਨੇ ਖਿੱਚ ਤੋਂ ਕੀਤੀ ਗਈ ਹੈ ਰਾਤੀ। ਜਿਹੜੀ ਕੰਡਿਆਲੀ ਤਾਰ ਹੈ ਜਿਹੜੀ ਪਹਿਲੇ ਤੋਂ ਫੱਟ ਗਈ ਹੈ, ਕੋਈ ਇਹਨਾਂ ਦੀ ਕੋਈ ਪਰਵਾਹ ਨਹੀਂ। ਨਾ ਉੱਪਰ ਨੇ ਜਾਣ ਹੀ ਨਹੀਂ ਦਿੰਦੇ, ਕਦੇ ਵੀ ਬਹੁਤ ਔਖੇ ਲੈ ਕੇ ਇਹਨਾਂ ਦਾ ਰੋਟੀ ਤੋਂ ਵੀ ਤਕਲੀਫ ਹੈ ਵੀ ਉੱਪਰ ਰੋਟੀ ਕਿਉਂ ਭੇਜਦੇ ਉਹ ਵੀ ਸੰਘਰਸ਼ ਕਰਨੇ ਪੈਂਦੇ, ਨਾਲ ਹੀ ਲੜਨੇ ਤਾਂ ਉਹਨਾਂ ਕੋਲ ਨਹੀਂ ਪਾਉਣਾ। ਉਹ ਵੀ ਇਹਨਾਂ ਨੂੰ ਐ ਲੱਗਦਾ ਵੀ ਉਹ ਵੀ ਨਾ ਭੇਜਣ, ਵੀ ਪਤਾ ਨਹੀਂ ਭੁੱਖੇ ਨਾ ਕਿਉਂ ਨੀਚੇ ਉੱਤੇ ਉਹ ਤਾਂ ਚੜ ਗਏ ਨੇ। ਉਹ ਥੋੜੀ ਤਾਂ ਹੁਣ ਜ਼ਿਆਦਾ ਸੋਨੀ ਬਣਾ ਕੇ ਜਾਂ ਅੱਜ 25 ਨਾ ਕੋਸ਼ਿਸ਼ ਕਰਦਾ ਹੈ ਨਾ। ਉਹਨਾਂ ਨੇ ਵੀ ਸਾਥੀਆਂ ਨੇ ਕਿਹਾ ਕਿ ਆਮ ਵੀਡੀਓ ਕਾਲ ਅਸੀਂ ਇੰਨੇ ਕਾਉਂਸਲਰ ਆਏ ਹਾਂ, ਅਸੀਂ ਆਜ਼ਾਦ ਗਰੁੱਪ ਦੇ ਹਾਂ, ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹਾਂ, ਠੀਕ ਹੈ। ਕਿਤੇ ਵੀ ਸਾਡੀ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ। ਸਾਡੇ ਫੋਨ ਨੰਬਰ ਲਓ, ਜਦੋਂ ਫੋਨ ਕਰਦੇ ਸਾਡੇ ਸ਼ਹਿਰ 'ਚ ਬੈਠੇ ਸਾਨੂੰ ਤਾਂ ਸਾਡੇ ਸ਼ਹਿਰ 'ਚ ਬੈਠੇ ਕਿਸੇ ਵੀ ਚੀਜ਼ ਦੀ ਤੁਹਾਨੂੰ ਉਹ ਆ ਸਾਨੂੰ। ਬਾਕੀ ਸਾਥ ਤਾਂ ਚਲੋ ਅਸੀਂ ਪੂਰਾ ਦੇਵਾਂਗੇ। ਦੂਸਰਾ ਨੰਬਰ ਲੈ ਲਓ, ਇੱਕ ਇਹਨਾਂ ਦਾ ਨੰਬਰ ਲੈ ਲਓ, ਇੱਕ ਦੋ ਨੰਬਰ ਲੈ ਲਓ। ਮੰਤਰੀ ਨੂੰ ਭੇਜਣਾ ਤੁਹਾਡੇ ਨਾਲ ਥੋੜਾ ਜਿਹਾ ਹੌਸਲਾ ਸਾਡੇ ਉੱਪਰ ਜਿਹੜੇ ਸਾਥੀ ਬੈਠੇ ਨੇ ਉਹਨਾਂ ਨੂੰ ਜ਼ਰੂਰ ਦੇ ਕੇ ਜਾਓ ਕਿਤੇ, ਹੈ ਨਾ। ਹਾਂ ਬਸ ਹੁਣ ਮੈਂ ਇਹੀ ਹੈ ਕਿ ਤੁਸੀਂ ਸਾਡਾ ਸਹਿਯੋਗ ਇਹੀ ਕਰੋ। ਸਾਡੇ ਸ਼ਹਿਰ ਵੱਧ ਤੋਂ ਵੱਧ ਬੰਦੇ ਲੋੜ ਹੈ ਕਿ ਸਾਨੂੰ ਕਹੋ, ਅਸੀਂ ਜੀ ਨਾਲ ਖੜੇ ਹਾਂ, ਤੁਹਾਡੇ ਨਾਲ ਚੱਲਾਂਗੇ। ਕਈ ਪਿੰਡਾਂ 'ਚ ਕੱਲੀਆਂ ਕੁੜੀਆਂ ਹੀ ਨੇ 5ਵੀਂ ਤੱਕ ਪੜ੍ਹਾ ਰਹੀਆਂ ਨੇ, ਇੱਕ ਟੀਚਰ ਸਾਡੀ 6000 ਤੇ 5ਵੀਂ ਤੱਕ ਪੂਰਾ ਸਕੂਲ ਅੱਜ ਦੇ ਬਾਅਦ ਆਪਣਾ 7-5 ਸਾਲ ਦੀ ਇੱਥੇ ਵੀ ਆਪਣੇ ਆ ਰੋਪੜ ਆ ਦੇਖੋ ਰੋਜ਼ ਕੋਲ ਹੁੰਦਾ ਬੰਦਾ ਹੀ ਇੱਥੇ ਜਿਹੜੇ ਟੋਪੀ ਵਾਲੇ ਮੈਡਮ ਅੱਛਾ ਉਹ ਤਕਰੀਬਨ ਪੂਰੀ ਹੁੰਦੀ ਜਿਹੜੇ ਇੱਕ ਨੰਬਰ ਦੇ ਉਹਨਾਂ ਨੂੰ ਰੁਲਦੇ ਨੇ।
ਲਓ ਇਹ ਦੇਖੋ ਵੀਡੀਓ ਵਾਲੇ ਹਾਂਜੀ ਮੈਂ ਤੁਸੀਂ ਮਤਲਬ ਵੈਸੇ ਤਾਂ ਉਹ ਆਏ ਸੀ ਇੱਥੇ ਸਾਡੇ ਜਾਲ ਗਰੁੱਪ ਦੇ ਉੱਪਰ ਛੱਤ ਤੇ ਨੇ ਹੈਗਾ ਨੰਬਰ ਮੇਰੇ ਕੋਲ ਮੈਂ ਫੂਲਰਾਜ ਜੀ ਦਾ ਨੰਬਰ ਦੇ ਦਿੱਤਾ ਸੀ ਨੰਬਰ ਮੇਰਾ ਵੀ ਹੈਡ ਆਫਿਸ ਦਾ ਨੰਬਰ ਦੇ ਦਿਓ ਨਾ ਆਜ਼ਾਦ ਸੁਭਨਾ ਜੀ ਬਲਜਿੰਦਰ ਜਿੰਦਰ ਕੌਰ ਡਬਲ ਦੇ ਪਰਛਾਵੇਂ ਫੂਲ ਸਿੰਘ ਜੀ ਜਿਹੜੇ ਸਾਡੇ ਸੈਂਟਰ ਦੇ ਲਾਈਨ ਵਿੱਚ ਆਫਿਸ ਖੋਲ੍ਹੇ ਨੇ ਨਾ ਜਾਂ ਨਹੀਂ ਨਹੀਂ ਅਸੀਂ ਮਿਲ ਲੈਣੇ ਤੇ ਹਮੇਸ਼ਾ ਅਵੇਲੇਬਲ ਰਹਿੰਦੇ ਹੋ ਤੁਹਾਨੂੰ ਕੋਈ ਵੀ ਚੀਜ਼ ਦੀ ਲੋੜ ਹੈ ਪਾਣੀ ਦੀ ਹਰ ਇੱਕ ਚੀਜ਼ ਦੀ ਕੋਈ ਵੀ ਉੱਪਰ ਜਾਣ ਨਹੀਂ ਮਿਲਦਾ ਉਹ ਤੁਸੀਂ ਦੇਖ ਲਓ ਨਹੀਂ ਜਾਣ ਨਹੀਂ ਪੌੜੀਆਂ 8 ਮਿੰਟ ਤੇ ਚੜਨਾ ਚੜਿਆ ਨਹੀਂ ਲਿਫਟ ਨਹੀਂ ਖੁੱਲਦੀ ਬੰਦ ਨਹੀਂ ਹੈਗੀ ਮੈਂ ਵੀ ਲਿਫਟ ਹੈਗੀ ਬੰਦ ਤੰਗ ਕਰ ਲੈਂਦੇ ਨਾ ਜੇ ਉਹ ਜਾਣਦੇ ਹੁੰਦੇ ਆ ਇਹ ਜਾਣ ਦੇਣਗੇ ਤਾਂ ਨਹੀਂ ਸਾਹਮਣੇ ਬੁਲਾਏ ਸਾਰੇ ਲਵਾ ਕੇ ਤੇ ਸਾਹਮਣੇ ਵੱਜ ਸਾਹਮਣੇ ਜੇ ਜਾਇਆ ਤਾਂ ਉਸ ਤੋਂ ਵਧੀਆ ਥੋੜਾ ਹਾਂ ਜੀ 9152 36522 ਹਾਂ ਜੀ ਹਾਂ ਇਹ ਫੂਲਰਾਜ ਸਿੰਘ ਜੀ ਹੈ ਇਹ ਇੰਚਾਰਜ ਹੈ ਸਾਡੇ ਆਜ਼ਾਦ ਹਾਂਜੀ ਮੈਂ ਰਮਨਪ੍ਰੀਤ ਕੌਰ ਕੁੰਬੜਾ ਐਮਸੀ ਠੀਕ ਹੈ ਤੁਸੀਂ ਜੋ ਵੀ ਸੇਵਾ ਲਾਉਂਗੇ ਅਸੀਂ ਜ਼ਰੂਰ ਕਰਾਂਗੇ ਜੀ ਹੌਸਲਾ ਨਹੀਂ ਛੱਡਣਾ ਹੈਗਾ ਹਿੰਮਤ ਬਣਾ ਕੇ ਰੱਖੋ मैं अरुणा शर्मा एमसी सेक्टर लखनऊ मोहाली से अभी सारे आजाद तो सारे एमसी नाल सारी टीम को भी आए हुए हैं सारे जाने सारे अपना अपना के रखा प्रॉब्लम बड़ा ਨਾਲ ਆ ਤੁਹਾਡੇ ਸਾਰੇ ਆਪਣਾ ਹਿੰਮਤ ਹਾਂਜੀ ਹਿੰਮਤ ਬਣਾ ਕੇ ਔਰ ਅਸੀਂ ਪ੍ਰੇ ਕਰਦੇ ਹਾਂ ਰੱਬ ਨੂੰ ਪ੍ਰੇ ਕਰ ਸਕਦੇ ਹਾਂ ਕਿ ਤੁਹਾਡਾ ਜਲਦੀ ਤੋਂ ਜਲਦੀ ਜਿਹੜੀ ਸੁਣੇ ਸਾਡਾ ਅਸੀਂ ਐਮਸੀ ਮਟੌਰ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਐਮਸੀ ਗੁਰਮੀਤ ਕੌਰ ਪਹਿਲੇ ਫੇਜ਼ ਦੀ ਮੋਹਾਲੀ ਤੋਂ ਬੋਲ ਰਹੀ ਹਾਂ ਜੀ ਆਜ਼ਾਦ ਗਰੁੱਪ ਦੀ ਟੀਮ ਹੈ ਜੀ ਸਾਡੀ ਹਮੇਸ਼ਾ ਤੁਹਾਡੇ ਨਾਲ ਮੋਢਾ ਲਾ ਕੇ ਖੜੀ ਹੈ ਜੀ ਤੁਸੀਂ ਘਬਰਾਉਣਾ ਨਹੀਂ ਹੈਗਾ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਇਹੋ ਜਿਹੀ ਨੰਗੀ ਸਰਕਾਰ ਨੂੰ ਪ੍ਰਮਾਤਮਾ ਮੱਤ ਬਖਸ਼ੇ ਵੀ ਇਹਨਾਂ ਦੇ ਦਿਮਾਗ 'ਚ ਕੁਛ ਪੱਲੇ ਪੈ ਜਾਵੇ ਕਿ ਤੁਹਾਡੀ ਸੁਣਵਾਈ ਜੋ ਤੁਹਾਡੇ ਹੱਕ ਹੈਗੇ ਸੁਣ ਲਵੇ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਵੀਰ ਕੌਰ ਅਸੀਂ ਤੁਹਾਡੇ ਨਾਲ ਖੜੇ ਹਾਂ ਕਦੇ ਵੀ ਕੋਈ ਵੀ ਲੋੜ ਹੈ ਹਮੇਸ਼ਾ ਹਾਜ਼ਰ ਹੈ ਤੁਸੀਂ ਬਸ ਇੱਕ ਵਾਰ ਸਾਨੂੰ ਦੱਸੋ ਤੇ ਤੁਹਾਡਾ ਹੌਸਲਾ ਵਧਾਉਣ ਆਏ ਅਸੀਂ ਇੱਥੇ ਤੇ ਤੁਸੀਂ ਚਿੰਤਾ ਨਾ ਕਰੋ ਆਪਾਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਹਾਂ ਆਪਣੇ ਜਿਹੜੇ ਇਹ ਦੋਸਤਾਂ ਨੇ ਕਦੇ ਕੋਈ ਪ੍ਰੋਬਲਮ ਹੈ ਜੀ ਦੱਸਿਓ ਜੀ ਅਸੀਂ ਨੰਬਰ ਲਿਖਾ ਕੇ ਅਸੀਂ ਨੀਚੇ ਨੰਬਰ ਲਿਖਾ ਕੇ ਜਾਵਾਂਗੇ ਆਪਣਾ ਕਾਸੇ ਚੀਜ਼ ਦੀ ਜ਼ਰੂਰਤ ਹੋਈ ਹੈ ਸਾਨੂੰ ਜਦ ਮਰਜ਼ੀ ਤੁਸੀਂ ਫੋਨ ਕਰਨਾ ਇਹ ਨਹੀਂ ਕਹਿਣਾ ਵੀ ਲੇਟ ਹੋ ਗਏ ਨਹੀਂ ਤੰਗ ਕਰਨਾ ਹਮੇਸ਼ਾ ਸਾਨੂੰ ਤੁਸੀਂ ਕਹਿ ਸਕਦੇ ਨਹੀਂ ਉੱਪਰ ਛੱਤ ਤੇ ਉੱਪਰ ਨਹੀਂ ਦੇਖੇ ਮੈਂ ਖਰਚ ਤੱਪ ਜਾਂਦਾ ਜੀ ਕਿਉਂ ਜਾਣ ਦੇ ਸਕਦੇ ਥੋੜਾ ਜਾਓ ਉਹ ਗਏ ਨੇ ਪੁੱਛਣ ਗਏ ਨੇ ਸਰ ਗਏ ਨੇ
ਬਾਕੀ ਸਾਥੀ ਇੱਥੇ ਆ ਇੱਧਰ ਆ ਜਾਓ ਹੈ ਨਾ, ਇੱਕ ਗਰੁੱਪ ਫੋਟੋ ਹੋ ਜੂ। ਆ ਕੁਰਸੀ ਤੱਕ ਭਰਾਤਰੀ ਜਥੇਬੰਦੀਆਂ ਦਾ ਏਕਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਹੱਕ ਲਵਾਂਗੇ ਏਕੇ ਨਾਲ, ਲੋੜ ਪਈ ਤਾਂ ਜੁੱਤੀ ਨਾਲ। ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਜ਼ਾਲਮ ਸਰਕਾਰਾਂ ਹਾਏ 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 ਹਾਏ। ਪੰਜਾਬ ਸਰਕਾਰ ਹਾਏ 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 ਹਾਏ। ਕੱਚੇ ਮੁਲਾਜ਼ਮ ਪੱਕੇ ਕਰੋ, ਪੱਕੇ ਕਰੋ ਪੱਕੇ ਕਰੋ। ਕੀਤਾ ਵਾਅਦਾ ਪੂਰਾ ਕਰੋ, ਪੂਰਾ ਕਰੋ ਪੂਰਾ ਕਰੋ। ਸ਼ੋਸ਼ਣ ਕਰਨਾ ਬੰਦ ਕਰੋ, ਬੰਦ ਕਰੋ ਬੰਦ ਕਰੋ। ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੋ, ਪ੍ਰਬੰਧ ਕਰੋ ਪ੍ਰਬੰਧ ਕਰੋ। ਅਧਿਆਪਕ ਏਕਤਾ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਕੈਪਟਨ ਵਾਅਦਾ ਪੂਰਾ ਕਰੋ, ਪੂਰਾ ਕਰੋ ਪੂਰਾ ਕਰੋ। ਸ਼ੋਸ਼ਣ ਕਰਨਾ ਬੰਦ ਕਰੋ, ਬੰਦ ਕਰੋ ਬੰਦ ਕਰੋ। ਪੰਜਾਬ ਦੀਆਂ ਧੀਆਂ ਨੂੰ ਸੜਕਾਂ ਤੇ ਰੋਲਣਾ ਬੰਦ ਕਰੋ, ਬੰਦ ਕਰੋ ਬੰਦ ਕਰੋ। ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੋ, ਪ੍ਰਬੰਧ ਕਰੋ ਪ੍ਰਬੰਧ ਕਰੋ। ਕੈਪਟਨ ਵਾਅਦਾ ਪੂਰਾ ਕਰੋ, ਪੂਰਾ ਕਰੋ ਪੂਰਾ ਕਰੋ। ਸ਼ੋਸ਼ਣ ਕਰਨਾ ਬੰਦ ਕਰੋ, ਬੰਦ ਕਰੋ ਬੰਦ ਕਰੋ। ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੋ, ਪ੍ਰਬੰਧ ਕਰੋ ਪ੍ਰਬੰਧ ਕਰੋ। ਸਾਡਾ ਏਕਾ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਲੋਕ ਮਾਰੂ ਨੀਤੀਆਂ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਹੱਕ ਲਵਾਂਗੇ ਏਕੇ ਨਾਲ, ਲੋੜ ਪਈ ਤਾਂ ਜੁੱਤੀ ਨਾਲ। ਹੱਕ ਲਵਾਂਗੇ ਏਕੇ ਨਾਲ, ਲੋੜ ਪਈ ਤਾਂ ਜੁੱਤੀ ਨਾਲ। ਕੈਪਟਨ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕੱਚੇ ਅਧਿਆਪਕ ਪੱਕੇ ਕਰੋ, ਪੱਕੇ ਕਰੋ ਪੱਕੇ ਕਰੋ। ਸ਼ੋਸ਼ਣ ਕਰਨਾ ਬੰਦ ਕਰੋ, ਬੰਦ ਕਰੋ ਬੰਦ ਕਰੋ। ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੋ, ਪ੍ਰਬੰਧ ਕਰੋ ਪ੍ਰਬੰਧ ਕਰੋ। ਕੈਪਟਨ ਵਾਅਦਾ ਪੂਰਾ ਕਰੋ, ਪੂਰਾ ਕਰੋ ਪੂਰਾ ਕਰੋ। ਕੱਚੇ ਅਧਿਆਪਕ ਪੱਕੇ ਕਰੋ, ਪੱਕੇ ਕਰੋ ਪੱਕੇ ਕਰੋ। ਸ਼ੋਸ਼ਣ ਕਰਨਾ ਬੰਦ ਕਰੋ, ਬੰਦ ਕਰੋ ਬੰਦ ਕਰੋ। ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੋ, ਪ੍ਰਬੰਧ ਕਰੋ ਪ੍ਰਬੰਧ ਕਰੋ। ਬਹੁਤ ਹੀ ਜੀ ਐਮਸੀ ਕੁੰਬੜਾ ਵਾਰਡ ਨੰਬਰ 28 ਤੋਂ ਪੂਰੀ ਆਪਣੀ ਜਿਹੜੀ ਉਹਨਾਂ ਦੀ ਟੀਮ ਹੈ, ਪੂਰੀ ਟੀਮ ਦੇ ਨਾਲ ਸਾਡਾ ਸਹਿਯੋਗ ਦੇਣ ਧਰਨੇ ਵਿੱਚ ਪਹੁੰਚੇ। ਉਹਨਾਂ ਦਾ ਬਹੁਤ ਸਾਡੇ ਵੱਲੋਂ ਪੂਰੀ ਟੀਮ ਦਾ ਧੰਨਵਾਦ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਸਾਡੇ ਵਿੱਚ ਆ ਕੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਹਨਾਂ ਨੇ ਹਰ ਪੱਖੋਂ ਸਾਡੇ ਨਾਲ ਮੋਢਾ ਲਾ ਕੇ ਮੋਢਾ ਕਿ ਉਹਨਾਂ ਨੂੰ ਜਿੱਦਾਂ ਵੀ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਦੀ ਜ਼ਰੂਰਤ ਹੈ ਅਸੀਂ ਤੁਹਾਡੇ ਨਾਲ ਖੜਦੇ ਹਾਂ। ਇਹ ਉਹਨਾਂ ਨੇ ਭਰੋਸਾ ਸਾਨੂੰ ਦਿੱਤਾ ਹੈ, ਉਹਨਾਂ ਦਾ ਬਹੁਤ ਧੰਨਵਾਦ ਹੈ। ਹੁਣ ਮੈਂ ਮੈਡਮ ਗੁਰਮੀਤ ਕੌਰ ਜੀ ਨੂੰ ਮੰਚ ਤੋਂ ਸੱਦਾ ਦਿੰਦਾ ਹਾਂ ਕਿ ਉਹ ਆਪਣੇ ਵਿਚਾਰ ਸਾਡੇ ਵਿੱਚ ਰੱਖਣ। ਮੈਡਮ ਗੁਰਮੀਤ ਕੌਰ ਜੀ। ਸਤਿਕਾਰਯੋਗ ਮੇਰੇ ਵੀਰ ਮੇਰੀਆਂ ਭੈਣਾਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਪਰ ਮੈਨੂੰ ਬੜਾ ਅਫਸੋਸ ਹੈ, ਬਹੁਤ ਦੁੱਖ ਲੱਗਦਾ ਹੈ ਕਿ ਮੈਂ ਟੀਵੀਆਂ ਰਾਹੀਂ ਮੈਂ ਆਪਣੀਆਂ ਭੈਣਾਂ ਨੂੰ ਆਪਣੇ ਬੱਚਿਆਂ ਨਾਲ ਇੱਥੇ ਸੰਘਰਸ਼ ਕਰਦੀਆਂ ਨੂੰ ਦੇਖ ਰਹੀ ਹਾਂ ਤੇ ਮੈਂ ਕਹਿੰਦੀ ਇਹੋ ਜਿਹੀ ਨੰਗੀ ਸਰਕਾਰ ਨੂੰ ਲਾਹਨਤ ਹੈ। ਮੈਂ ਆਪਣੇ ਘਰ ਤੋਂ ਵੀ ਇਜਾਜ਼ਤ ਮੰਗਦੀ ਹਾਂ ਵੀ ਮੈਨੂੰ ਘਰ ਤੋਂ ਇੱਕ ਵਾਰੀ ਛੁੱਟੀ ਦੇ ਦਿਓ, ਮੈਂ ਆਪਣੇ ਭੈਣਾਂ ਨਾਲ ਆਪਣੇ ਵੀਰਾਂ ਨਾਲ ਮੋਢਾ ਲਾ ਕੇ ਇਹਨਾਂ ਦਾ ਮੈਂ ਪੂਰਾ ਸਹਿਯੋਗ ਕਰਾਂ। ਸਾਡੇ ਸਾਬਕਾ ਮੇਅਰ ਸਾਹਿਬ ਕੁਲਵੰਤ ਜੀ ਇੰਨੇ ਨਾਈਸ ਪਰਸਨ ਬੰਦੇ ਹੈਗੇ ਆ। ਮੈਂ ਕਹਿੰਦੀ ਇਹੋ ਜਿਹਾ ਘਰ ਪੈਦਾ ਹੋਣੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜੇ ਕਿਸੇ ਨੂੰ ਪੁੱਤਰ ਦੇਵੇ ਤਾਂ ਸਰਦਾਰ ਕੁਲਵੰਤ ਸਿੰਘ ਵਰਗਾ ਹੀ ਘਰ ਦਾ ਇਨਸਾਨ ਹੋਵੇ। ਜਿਹੜੇ ਕਿ ਸਰਕਾਰਾਂ ਨੂੰ ਨੱਥ ਪਾਈ ਹੋਈ ਹੈ, ਉਹਨਾਂ ਨੇ ਸਾਬਕਾ ਮੇਅਰ ਰਹਿ ਕੇ ਵੀ ਇੰਨੇ ਵਿਕਾਸਾਂ ਦੇ ਕੰਮ ਵੀ ਕੀਤੇ ਹੈ। ਪਰ ਜੋ ਸਾਡੇ ਨਾਲ ਧੱਕਾ ਹੋ ਰਿਹਾ ਇਹ ਚਾਚਾ ਭਤੀਜਾ ਹੈਗੇ ਜੀ ਸਰਕਾਰ ਕਾਂਗਰਸ ਤੇ ਕੈਪਟਨ ਬਾਦਲ ਸਰਕਾਰ। ਇਹ ਹਰੇਕ ਨੂੰ ਲਾਲੀ ਪੱਗ ਦਿੰਦੇ ਆ, ਆਪਣੇ ਵੋਟਾਂ ਲੈਣ ਦੇ ਟਾਈਮ ਆ ਕੇ ਸਾਨੂੰ ਵਾਅਦੇ ਦਿੰਦੇ ਅਸੀਂ ਤੁਹਾਡਾ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਪਰ ਇਹ ਕੁਛ ਨਹੀਂ ਕਰਦੇ। ਇਹ ਸਿਰਫ ਇੱਕ ਆਪਣੀਆਂ ਜੇਬਾਂ
ਕਰਨ ਲੱਗੇ ਹੋਏ ਆ। ਹੁਣ ਅਸੀਂ ਮੋਹਾਲੀ ਕਾਰਪੋਰੇਸ਼ਨ ਦੇ ਵਿੱਚ ਮੈਂ ਇੱਕ MC ਹੋਣ ਦੇ ਨਾਤੇ ਅਸੀਂ ਪਿਛਲੇ 5 ਸਾਲ ਟਰਮ 'ਚ ਅਸੀਂ ਸਾਬਕਾ ਮੇਅਰ ਕੁਲਵੰਤ ਸਿੰਘ ਜੀ ਨਾਲ ਰਹੇ ਹਾਂ। ਮੈਂ ਕਹਿੰਦੀ ਮੇਅਰ ਸਾਹਿਬ ਨੇ ਆਪਣੇ 5 ਸਾਲਾਂ 'ਚ ਆਪਣੀ ਇੱਕ ਤਨਖਾਹ ਤੱਕ ਵੀ ਨਹੀਂ ਆਪਣੇ ਆਫਿਸ ਤੋਂ ਲਈ ਹੈਗੀ। ਇਹੋ ਜਿਹੇ ਇਨਸਾਨ ਸਾਨੂੰ ਚੁਣਨੇ ਚੰਗੇ ਲੱਗਦੇ ਆ, ਪਰ ਅੱਜ ਅਸੀਂ ਫੌਜ ਦੇ ਵਿੱਚ ਵੀ ਦੇਖਦੇ ਹਾਂ ਸਾਡੇ ਨਾਲ ਪੱਖਪਾਤ ਕੀਤਾ ਜਾਂਦਾ। ਸਰਕਾਰ ਹੋਣ ਦੇ ਨਾਤੇ ਸਾਡੇ ਇੱਥੇ ਮੰਤਰੀ ਸਾਹਿਬ ਜੀ ਆ ਬਲਬੀਰ ਸਿੰਘ ਸਿੱਧੂ, ਨਸ਼ਾ ਉਹਨਾਂ ਨੇ ਗੋਲੀਆਂ ਦਾ ਕੱਪੜਾ, ਇੰਜੈਕਸ਼ਨਾਂ ਦੇ ਕੱਪੜੇ, ਤੁਸੀਂ ਪੇਪਰਾਂ ਦਾ ਹੀ ਸਾਰੇ ਪੜ੍ਹਦੇ, ਸਾਨੂੰ ਬਹੁਤ ਦੁੱਖ ਹੁੰਦਾ। ਇੱਕ ਸਾਡਾ ਸ਼ਹਿਰ ਦਾ ਮੰਤਰੀ ਹੋ ਕੇ ਸਾਡੇ ਨਾਲ ਧੱਕੇ ਕਰ ਰਹੇ ਹਨ, ਪਰ ਮੈਂ ਤਨ ਨਾਲ ਖੜੇ ਹਾਂ। ਅਸੀਂ ਆਪਣੀ ਸੱਚਾਈ ਦੇ ਨਾਲ ਖੜੇ ਹਾਂ, ਸੱਚਾਈ ਨਾਲ ਆਪਾਂ ਲੜਦੇ ਰਹਿਣਾ, ਆਪਣੇ ਹੱਕਾਂ ਦੇ ਹਿਸਾਬ ਨਾਲ ਅਸੀਂ ਲੜਨਾ ਹੈਗਾ। ਪਰ ਇਹੋ ਜਿਹੇ ਨੂੰ ਇਹ ਸਾਡੀ ਆਪਣੀ ਤੁਹਾਡੇ ਸਹਿਯੋਗ ਦੇ ਨਾਲ ਆਪਾਂ ਇਹ ਦੋਨਾਂ ਸਰਕਾਰਾਂ ਨੂੰ ਇਸ ਵਾਰ ਅਸੀਂ ਨੱਥ ਪਾਉਣੀ ਹੈਗੀ ਆ। ਤੁਸੀਂ ਇਹ ਭੁਲੇਖੇ ਜੇ ਤੁਹਾਡਾ ਵਾਅਦੇ ਵੀ ਪੂਰੇ ਹੁੰਦੇ ਆ, ਮੈਂ ਕਹਿੰਦੀ ਤੁਸੀਂ ਆਪਣੇ ਜਿੰਨੇ ਮਹੀਨੇ 2 ਮਹੀਨੇ ਤੋਂ ਤੁਸੀਂ ਧਰਨੇ ਤੇ ਬੈਠੇ ਆ, ਇਹ ਚੀਜ਼ ਨੂੰ ਭੁੱਲਿਓ ਨਾ ਮੇਰੀ ਭੈਣੋ ਤੇ ਮੇਰੇ ਵੀਰੋ। ਆਪਣੇ ਜਿਹੜੇ ਅਸੀਂ ਆਪਣੇ ਹੱਕ ਵਾਸਤੇ ਬੈਠੇ, ਅਸੀਂ ਤਾਂ ਅਰਦਾਸ ਕਰਦੇ ਆ ਕੈਪਟਨ ਸਾਹਿਬ ਨੂੰ ਵੀ ਪਰਮਾਤਮਾ ਇਹਨਾਂ ਦੇ ਦਿਮਾਗ 'ਚ, ਸਿੱਖਿਆ ਮੰਤਰੀ ਜਿਹੜੇ ਵੀ ਹੈਗੇ ਆ ਵੀ ਇਹਨਾਂ ਦੇ ਦਿਮਾਗ 'ਚ ਇਹਨਾਂ ਨੂੰ ਬੁੱਧੀ ਦੇ ਦੇਵੇ ਕਿ ਤੁਹਾਡੀਆਂ ਗਰੀਬਾਂ ਦੀਆਂ ਜਿਹੜੇ ਤੁਸੀਂ ਕੰਟਰੈਕਟ ਵੇਚਦੇ ਆ ਪੱਕੇ ਕਰਨ ਦੇ, ਅਸੀਂ ਵੀ ਅਰਦਾਸ ਕਰਦੇ ਆ ਵੀ ਇਹਨਾਂ ਨੂੰ ਪੱਕੇ ਕੀਤਾ ਜਾਵੇ। ਹੋਰ ਮੇਰੇ ਨਾਲ ਕੋਈ ਸੇਵਾ ਹੋਈ ਮੇਰੇ ਵੀਰ ਮੇਰੇ ਭੈਣਾਂ ਨੂੰ, ਅਸੀਂ 24 ਘੰਟੇ ਤੁਹਾਡੇ ਨਾਲ ਹਾਜ਼ਰ ਖੜੇ ਹਾਂ ਜੀ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਜੀ। ਆਪਣੇ ਹੱਕ ਦੇ ਅੱਗੇ ਅੜੇ ਰਹੋ। ਸਤਿ ਸ਼੍ਰੀ ਅਕਾਲ ਜੀ। ਜਿੰਦਾਬਾਦ 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 ਜੁਝਾਰੂ ਸਾਥੀ ਜਿੰਦਾਬਾਦ ਜੁਝਾਰੂ ਸਾਥੀ ਜਿੰਦਾਬਾਦ ਜੁਝਾਰੂ ਸਾਥੀ ਜਿੰਦਾਬਾਦ। ਅੱਗੇ ਲੈ ਕੇ ਆਉਂਦੇ, ਉਹਨਾਂ ਨੂੰ ਪੜ੍ਹਾਉਂਦੇ ਨੇ ਤੇ ਉਹਨਾਂ ਨੂੰ ਇਹੋ ਜਿਹੇ ਮੁਕਾਮ ਤੱਕ ਬਣੇ ਆ, ਐਸਯੂ ਬਣੇ ਆ, IAS ਬਣੇ ਆ, ਟੀਚਰਾਂ ਤੋਂ ਹੀ ਬਣੇ ਆ। ਇਹ ਟੀਚਰਸ ਹੀ ਆਪਾਂ ਪੜ੍ਹਾਉਂਦੇ ਨੇ ਇਹਨਾਂ ਨੂੰ, ਹਨਾ ਸਾਰੇ ਵੱਡੇ ਵੱਡੇ ਮੁਕਾਮ ਤੇ ਪਹੁੰਚਦੇ ਨੇ, ਅਧਿਆਪਕਾਂ ਦੀ ਹੈਲਪ ਨਾਲ ਹੀ ਇੱਥੇ ਤੱਕ ਪਹੁੰਚੇ ਨੇ। ਤੇ ਅਸੀਂ ਤੁਹਾਡੇ ਸਾਥ ਵਿੱਚ ਖੜੇ ਹਾਂ ਤੇ ਕਦੇ ਵੀ ਤੁਹਾਨੂੰ ਸਾਡੀ ਲੋੜ ਹੋਵੇ ਅਸੀਂ ਹਮੇਸ਼ਾ ਹਾਜ਼ਰ ਹਾਂ। ਤੁਸੀਂ ਆਪਣਾ ਹੌਸਲਾ ਨਹੀਂ ਹਾਰਨਾ ਹੈਗਾ, ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਰਹਾਂਗੇ ਤੇ ਜਿੱਥੇ ਵੀ ਤੁਸੀਂ ਚਾਹੋ ਅਸੀਂ ਉੱਥੇ ਹਾਜ਼ਰ ਹੋਵਾਂਗੇ। ਜਿੱਥੇ ਤੁਸੀਂ ਧਰਨਾ ਲਾਣਾ, ਜਿੱਥੇ ਵੀ ਤੁਹਾਨੂੰ ਸਾਡੀ ਲੋੜ ਹੈ, ਕਦੇ ਵੀ ਹਮੇਸ਼ਾ ਆਵਾਂਗੇ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਮੈਡਮ ਦਾ। ਅਤੇ ਹੁਣ ਆਪਣੀ ਸਿੱਖਿਆ ਪ੍ਰੋਵਾਈਡਰ ਗੁਰਪ੍ਰੀਤ ਸਿੰਘ ਜੀ ਭੂਤਨਾ ਇਹਨਾਂ ਦਾ ਮੰਚ ਵੱਲ ਧੰਨਵਾਦ ਕਰਨਗੇ। ਗੁਰਪ੍ਰੀਤ ਜੀ। ਹਾਂਜੀ, ਬਹੁਤ ਹੀ ਸਤਿਕਾਰਯੋਗ ਜੁਝਾਰੂ ਸਾਥੀਓ ਤੋਂ ਭੈਣੋ, ਸਭ ਤੋਂ ਪਹਿਲਾਂ ਮੈਂ ਆਪਣੇ ਕੱਚੇ ਮੁਲਾਜ਼ਮ ਮੰਚ ਵੱਲੋਂ ਜਿਹੜੇ ਸਾਡੀ ਸਪੋਰਟ ਦੇ ਉੱਤੇ ਇੱਥੇ ਲੋਕਲ ਡਿਸਟ੍ਰਿਕਟ ਮੋਹਾਲੀ ਦੇ MC ਮੈਮ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਸਾਡੀ ਸਪੋਰਟ ਤੇ ਆਇਆ, ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਮੰਚ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਤੁਹਾਡੀ ਹੱਲਾਸ਼ੇਰੀ, ਤੁਹਾਡਾ ਸਹਿਯੋਗ ਸਾਡੇ ਹੌਸਲੇ ਦੁੱਗਣੇ ਤਿੱਗਣੇ ਕਰ ਦਿੰਦਾ ਹੈ। ਕਿਉਂਕਿ ਜਦ ਇੰਨੀ ਵੱਡੀ ਲੜਾਈ ਹੁੰਦੀ ਹੈ ਤਾਂ ਇਨਸਾਨ ਨੂੰ ਸਹਿਯੋਗ ਦੀ ਬੜੀ ਜ਼ਰੂਰਤ ਹੁੰਦੀ ਹੈ। ਸੇਮ ਇਸੇ ਤਰ੍ਹਾਂ ਹੀ ਇਕੱਲੇ ਹੋ ਕੇ ਅਸੀਂ ਪਿਛਲੇ 15-20 ਸਾਲ ਤੋਂ ਲੈ ਕੇ ਇੱਥੋਂ ਦੀਆਂ ਜ਼ਾਲਮ ਸਰਕਾਰਾਂ ਦੇ ਵਿਰੁੱਧ ਆਪਣੇ ਹੱਕ ਸੱਚ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰਦੇ ਆ ਰਹੇ ਹਾਂ। ਕਿਉਂਕਿ ਹੱਕ ਲੈਣ ਦੀ ਖਾਤਰ ਅਸੀਂ ਕੋਈ ਇਕੱਲਾ ਮੋਹਾਲੀ ਜ਼ਿਲ੍ਹਾ ਹੀ ਨਹੀਂ, ਤੁਹਾਡੇ ਯਾਦ ਹੋਣਾਗਾ ਪਿਛਲੇ 2015 ਦੇ ਵਿੱਚ ਵੀ ਖਰੜ ਵਿਖੇ ਜਦ ਜਾਮ ਕੀਤਾ ਸੀ ਨੈਸ਼ਨਲ ਹਾਈਵੇ, ਉਸ ਸਮੇਂ ਵੀ ਇਹ ਯੋਧੇ ਸੀ, ਕੱਚੇ ਮੁਲਾਜ਼ਮ ਸੀ। ਜਾਂ ਕਹਿੰਦੇ ਪੰਜਾਬ ਦਾ ਕੋਈ ਅਜਿਹਾ ਸ਼ਹਿਰ ਨਹੀਂ ਹੋਣਾ, ਕੋਈ ਅਜਿਹਾ ਚੌਂਕ ਨਹੀਂ ਹੋਣਾ, ਕੋਈ ਅਜਿਹਾ ਮੰਤਰੀ ਨਹੀਂ ਹੋਣਾ, ਕੋਈ ਅਜਿਹਾ MLA ਨਹੀਂ ਹੋਣਾ ਜਿਸ ਕੋਲੇ ਅਸੀਂ ਆਪਣੀ ਫਰਿਆਦ ਲੈ ਕੇ ਨਾ ਗਏ। ਪਰ ਹਮੇਸ਼ਾ ਦੀ ਤਰ੍ਹਾਂ ਸਾਨੂੰ ਹਰ ਮੰਤਰੀ ਕੋਲੋਂ ਹਰ MLA ਕੋਲੋਂ ਵਿਸ਼ਵਾਸ ਜ਼ਰੂਰ ਮਿਲਿਆ, ਪਰ ਪੁਖਤਾ ਹੱਲ ਅਜੇ ਤੱਕ ਕਿਸੇ ਨੇ ਕੋਈ ਨਹੀਂ ਕੀਤਾ। ਸਾਨੂੰ ਮਾਣ ਹੈ ਸਾਡੇ ਭਰਾਤਰੀ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਤੇ, ਇੱਥੋਂ ਦੇ ਸਮੁੱਚੇ ਵੱਖ-ਵੱਖ ਸੰਸਥਾਵਾਂ ਤੇ ਵੱਖ-ਵੱਖ MC ਜਿਨੇ ਨੁਮਾਇੰਦੇ ਚੁਣੇ ਹੋਏ ਆ, ਆਪਾਂ
ਪਬਲਿਕ ਦੇ ਜਿਹੜੇ ਸੱਚਮੁੱਚ ਹੀ ਜਨਤਾ ਦਾ ਦਰਦ ਸਮਝਣ ਵਾਲੇ ਆ। ਮੈਮ ਨੇ ਬੋਲਿਆ ਵੀ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਸੱਚਮੁੱਚ ਹੀ ਜਿਹੜਾ ਲੋਕਤੰਤਰ ਦੀ ਅਸਲ ਡੈਫੀਨੇਸ਼ਨ ਆ ਗਈ ਡੈਮੋਕ੍ਰੇਸੀ ਦੀ, ਅਜਿਹਾ ਜਿਹੜਾ ਲੋਕਤੰਤਰ ਸਾਨੂੰ ਚੁਣਨ ਦੀ ਖਾਤਰ ਹਰ ਇੱਕ ਨੂੰ ਪਹਿਰਾ ਦੇਣਾ ਪਵੇਗਾ, ਤਾਂ ਹੀ ਸਾਡਾ ਜਿਹੜਾ ਦੇਸ਼ ਆ ਸੋਨੇ ਦੀ ਚਿੜੀ ਜਿਹੜਾ ਕਿਤਾਬਾਂ ਵਿੱਚ ਅਸੀਂ ਪੜ੍ਹਦੇ ਹਾਂ ਤਾਂ ਹੀ ਬਣ ਸਕਦਾ। ਅਦਰਵਾਈਜ਼ ਫੈਮਲੀਆਂ ਤੱਕ ਸੀਮਤ ਸਾਡੇ ਸਾਰੇ ਲੀਡਰ ਆਪਾਂ ਤੱਕ ਸੀਮਤ ਸਿਮਟ ਕੇ ਉਹ ਰਹਿੰਦੇ ਨੇ। ਉਹਨਾਂ ਨੂੰ ਪਬਲਿਕ ਦਾ ਕੋਈ ਦਰਦ ਨਹੀਂ ਹੁੰਦਾ, ਕਿਸੇ ਮੁਲਾਜ਼ਮ ਨਾਲ ਕੋਈ ਹਮਦਰਦੀ ਨਹੀਂ, ਕਿਸੇ ਮਜ਼ਦੂਰ ਨਾਲ ਕੋਈ ਹਮਦਰਦੀ ਨਹੀਂ, ਕਿਸੇ ਨਾਲ ਕੁਛ ਨਹੀਂਗਾ। ਜੇ ਕੁਛ ਹੈ ਤਾਂ ਆਪਣੇ ਪਰਿਵਾਰ ਤੱਕ ਉਹ ਸੀਮਤ ਨੇ। ਪਰ ਹੁਣ ਬਹੁਤ ਜ਼ਿਆਦਾ ਲੋਕਾਂ ਨੂੰ ਸਮਝ ਆ ਚੁੱਕੀ ਆ ਵੀ ਇਹਨਾਂ ਦੀ ਨੀਤ ਤੇ ਨੀਤੀਆਂ ਕਿਹੋ ਜਿਹੀਆਂ, ਕਹਿਣ ਤੇ ਕਰਨ ਦੇ ਵਿੱਚ ਇਹਨਾਂ ਦਾ ਜ਼ਮੀਨ ਅਸਮਾਨ ਦਾ ਫਰਕ ਆ। ਪਰ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਸਮਾਜ ਨੂੰ ਬਦਲਣ ਦੇ ਲਈ ਅਸੀਂ ਆਪਣਾ ਬਣਦਾ ਯੋਗਦਾਨ ਪਾਈਏ। ਜਿਹੜੀਆਂ ਆ 2022 ਦੇ ਵਿੱਚ ਚੋਣਾਂ ਆ ਰਹੀਆਂ ਉਹਦੇ ਵਿੱਚ ਅਸੀਂ ਇਹੋ ਜਿਹੇ ਨੁਮਾਇੰਦੇ ਅੱਗੇ ਲੈ ਕੇ ਆਈਏ ਜਿਹੜੇ ਸੱਚਮੁੱਚ ਹੀ ਜਨਤਾ ਦੀ ਸਰਵੈਂਟ ਬਣ ਕੇ ਜਾਂ ਸੇਵਾਦਾਰ ਬਣ ਕੇ ਆਪਾਂ ਕਹਿ ਦਿੰਦੇ ਆ, ਕਹਿੰਦੇ ਤਾਂ ਇਹ ਸਾਰੇ ਹੀ ਆ, ਮੋਮੋ ਠੱਗਰੀਆਂ ਕਰਦੇ ਹੱਥ ਜੇ ਬੰਨ ਕੇ ਕਹਿ ਦਿੰਦੇ ਆ ਅਸੀਂ ਜਨਤਾ ਦੇ ਸੇਵਕਾਂ ਜੀ, ਸਾਨੂੰ ਇਸ ਵਾਰ ਮੌਕਾ ਦਿਓ, ਕੈਲੀਫੋਰਨੀਆ ਬਣਾ ਦਿਆਂਗੇ। ਪਰ ਕੈਲੀਫੋਰਨੀਆ ਤੁਸੀਂ ਦੇਖਿਆ ਪਿਛਲੇ 20 ਸਾਲ ਤੋਂ ਜਾਂ 70-74 ਸਾਲ ਤੋਂ ਇਹੀ ਲਾਰੇ ਅਸੀਂ ਸੁਣਦੇ ਆ ਰਹੇ ਹਾਂ। ਕੈਲੀਫੋਰਨੀਆ ਦਾ ਕੀ ਬਣਨਾ ਸੀ, ਸਗੋਂ ਸਾਡੇ ਦੇਸ਼ ਨੂੰ ਸਾਡੀ ਗੁਆਂਢੀ ਸਟੇਟ ਬਿਹਾਰ ਵਰਗਾ ਬਣਾ ਕੇ ਰੱਖ ਦਿੱਤਾ ਗਿਆ। ਕਿਉਂਕਿ ਚਾਹੇ ਖੇਤੀ ਕਾਲੇ ਕਾਨੂੰਨਾਂ ਦੀ ਗੱਲ ਹੋਵੇ, ਕਿਸਾਨ ਬੈਠੇ ਆ ਦਿੱਲੀ ਵਿਖੇ ਇਕੱਠੇ ਹੋ ਕੇ, ਚਾਹੇ ਅੱਜ ਜਿਹੜਾ ਪੰਜਾਬ ਦੀ ਪਟਿਆਲਾ ਹੋਵੇ, ਚਾਹੇ ਮੋਹਾਲੀ ਹੋਵੇ, ਚਾਹੇ ਬਠਿੰਡਾ ਹੋਵੇ, ਜਿੱਥੇ ਜਿੱਥੇ ਵੀ ਕੋਈ ਮੰਤਰੀ ਆ ਤੇ ਉੱਥੇ ਜਿਹੜੇ ਲੋਕ ਦਰਦੀ ਲੋਕ ਹੁੰਦੇ ਆ, ਨੁਮਾਇੰਦੇ ਹੁੰਦੇ ਆ, ਲੋਕਾਂ ਦੇ ਆਗੂ ਹੁੰਦੇ ਆ ਜਾਂ ਜਥੇਬੰਦਕ ਲੋਕ ਹੁੰਦੇ ਆ, ਉਹ ਹਮੇਸ਼ਾ ਗੁਹਾਰ ਪਾਉਂਦੇ ਆ, ਧਰਨਿਆਂ ਤੇ ਬੈਠਦੇ ਆ ਵੀ ਇਹਨਾਂ ਜ਼ਾਲਮ ਲੀਡਰਾਂ ਨੂੰ ਕੋਈ ਨਾ ਕੋਈ ਸਮਝ ਆ ਜਾਵੇ। ਪਰ ਸਮਝ ਇਹਨਾਂ ਨੂੰ ਸਿਰਫ ਲੋਕਾਂ ਦਾ ਚੇਤਾ ਜਦ ਵੋਟਾਂ ਨੇੜੇ ਆ ਜਾਂਦੀਆਂ ਉਦੋਂ ਆਉਂਦਾ ਗਾ, ਅਦਰਵਾਈਜ਼ ਇਹਨਾਂ ਨੂੰ ਕਿਸੇ ਦਾ ਕੋਈ ਦਰਦ ਨਹੀਂ ਹੁੰਦਾ। ਸੋ ਆਪਾਂ ਸਾਰੇ ਹੀ ਇਹ ਤਹਈਆ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਦੇ ਮਿੱਠੀਆਂ ਗੋਲੀਆਂ ਦੇ ਵਿੱਚ ਨਾ ਆਈਏ, ਮਿੱਠੇ ਲਾਰਿਆਂ ਦੇ ਵਿੱਚ ਨਾ ਫਸੀਏ ਤੇ ਸੱਚਮੁੱਚ ਜਿਹੜੀ ਲੋਕਤੰਤਰਿਕ ਸਰਕਾਰ ਆ ਸੀ ਉਹ ਚੁਣੀਏ ਅਜਿਹੇ ਨੁਮਾਇੰਦੇ ਹੋਣ ਜਿਹੜੇ ਸਾਰਿਆਂ ਦਾ ਦੁੱਖ ਦਰਦ ਤਕਲੀਫਾਂ ਨੂੰ ਸਮਝਣ। ਸੋ ਅਖੀਰ ਦੇ ਵਿੱਚ ਮੈਂ ਫਿਰ ਆਪਣੇ ਮੰਚ ਵੱਲੋਂ, ਕੱਚੇ ਮੁਲਾਜ਼ਮ ਮੰਚ ਪੰਜਾਬ ਵੱਲੋਂ ਤੁਹਾਡਾ ਸਾਰਿਆਂ ਦੇ ਜਿਹੜੇ ਵਿਸ਼ੇਸ਼ ਤੌਰ ਤੇ ਸਾਡੇ ਦਰਦ ਨੂੰ ਸਮਝਿਆ ਤੇ ਇੱਥੇ ਆ ਕੇ ਸਾਡੀ ਸਪੋਰਟ ਕੀਤੀ ਆ ਤੇ ਇਹ ਵੀ ਕਿਹਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜ਼ਰੂਰਤ ਹੈ ਸਾਨੂੰ ਕਾਲ ਕਰਿਓ। ਅਸੀਂ ਲਾਜ਼ਮੀ ਫਖਰ ਮਹਿਸੂਸ ਕਰਾਂਗੇ ਵੀ ਸਾਡੀ ਜਿਹੜਾ ਤੁਹਾਡਾ ਸਹਿਯੋਗ ਹੈ ਇਸੇ ਤਰ੍ਹਾਂ ਹੀ ਸਾਨੂੰ ਮਿਲਦਾ ਰਹੂਗਾ ਤੇ ਅਸੀਂ ਆਪਣੇ ਹੱਕ ਸੱਚ ਦੀ ਜਿਹੜੀ ਲੜਾਈ ਆ ਇਹਨੂੰ ਹਮੇਸ਼ਾ ਬਰਕਰਾਰ ਰੱਖਾਂਗੇ ਜਦ ਤੱਕ ਸਾਡੇ ਨਾਲ ਕੀਤੇ ਵਾਅਦੇ ਕੈਪਟਨ ਸਰਕਾਰ ਪੂਰੇ ਨਹੀਂ ਕਰਦੀ। ਕਿਉਂਕਿ ਇੰਨਾ ਤਸ਼ੱਦਦ, ਇੰਨਾ ਸ਼ੋਸ਼ਣ ਕਿਸੇ ਵਰਗ ਦਾ ਨਹੀਂ। ਸਭ ਤੋਂ ਬੜੀ ਬੇਸ਼ਰਮ ਤੇ ਢੀਠ ਸਰਕਾਰਾਂ ਦੀ ਇਹ ਨੀਤੀ ਹੁੰਦੀ ਆ ਜਿੱਥੇ ਕੌਮ ਦਾ ਨਿਰਮਾਤਾ, ਅਸੀਂ ਪੜ੍ਹਦੇ ਹਾਂ ਸੁਣਦੇ ਹਾਂ, ਕੌਮ ਦਾ ਨਿਰਮਾਤਾ ਜਿਹੜਾ ਦਿਨ ਰਾਤ ਸੜਕਾਂ ਤੇ ਰੋਲ ਰਿਹਾ ਹੋਵੇ। ਇਹ ਸਾਡੇ ਦੇਸ਼ ਦੀ ਤਰਾਸਦੀ ਆ, ਇਤਨੀਆਂ ਸਰਕਾਰਾਂ ਦੇ ਢੀਠਪਣਾ ਗਾ ਜਿਹੜੇ ਕੌਮ ਦੇ ਨਿਰਮਾਤਾ ਤੇ ਰੋਲਣ ਲਈ ਮਜਬੂਰ ਕਰਦੇ ਨੇ। ਇੱਕ ਵਾਰ ਫਿਰ ਮੈਂ ਆਪਣੇ ਵੱਲੋਂ ਤੇ ਸਮੁੱਚੇ ਕੱਚੇ ਅਧਿਆਪਕ ਮੁਲਾਜ਼ਮ ਮੰਚ ਵੱਲੋਂ ਤੁਹਾਡਾ ਸਾਰਿਆਂ ਦਾ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਸਾਡੀ ਸਪੋਰਟ ਲਈ ਵਿਸ਼ੇਸ਼ ਤੌਰ ਤੇ ਪਹੁੰਚਿਆ। ਧੰਨਵਾਦ।